ਵੀ ਇਹਨਾਂ ਦੀ ਚਮਾਰਾਂ ਦੀ ਇੰਨੀ ਜ਼ੋਰਤ ਪੈ ਗਈ, ਇਹਨਾਂ ਦੀ ਇੰਨੀ ਆਕੜ, ਇਹਨਾਂ ਦੇ ਅੰਦਰ ਇੱਕ ਇੰਨਾ ਆਤਮ ਸਨਮਾਨ ਬਣ ਗਿਆ ਕਿ ਸਾਨੂੰ ਲਲਕਾਰਦੇ ਆ। ਅੱਜ ਸ੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਇੱਕ ਪਲੇਟਫਾਰਮ ਤੇ ਬੱਲਾ ਨਾਂ ਦੇ ਪਲੇਟਫਾਰਮ ਤੇ ਇਕੱਠੀਆਂ ਹੋਣ ਲੱਗੀਆਂ। ਇਹ ਕੱਲ ਨੂੰ ਰਾਜਨੀਤਿਕ ਹੱਕ ਮੰਗਣਗੀਆਂ, ਇਹ ਕੱਲ ਨੂੰ ਧਾਰਮਿਕ ਹੱਕ ਮੰਗਣਗੀਆਂ। ਸੰਤ ਰਾਮਾਨੰਦ ਇੱਕ ਸੇਵਾਦਾਰ ਦੇ ਤੌਰ ਤੇ ਵਿਚਰੇ ਸੰਗਤਾਂ ਵਿੱਚ। ਜਦੋਂ ਸਾਡੀ ਕੌਮ ਦੇ ਵਿੱਚ ਏਕਾ ਆਉਣਾ ਸ਼ੁਰੂ ਹੋਇਆ, ਜਦੋਂ ਸੰਤ ਰਾਮਾਨੰਦ ਜੀ ਦੇ ਪ੍ਰਚਾਰ ਸਦਕਾ, ਉਹਨਾਂ ਦੀ ਬਾਣੀ ਸਦਕਾ, ਉਹਨਾਂ ਦੇ ਬਚਨਾਂ ਸਦਕਾ, ਉਹਨਾਂ ਦੇ ਕੀਰਤਨ ਸਦਕਾ, ਉਹਨਾਂ ਦੇ ਵਿਚਾਰਾਂ ਦੇ ਸਦਕਾ ਸਾਡੀ ਕੌਮ ਵਿੱਚ ਏਕਤਾ ਆਣੀ ਸ਼ੁਰੂ ਹੋਈ। ਜਿਹੜਾ ਅਮਰ ਸ਼ਹੀਦ ਸੰਤ ਰਾਮਾਨੰਦ ਮਹਾਰਾਜ ਬਿਆਨਾ ਗਏ ਆ, ਉਹਨਾਂ ਦੇ ਗੋਲੀ ਚੱਲਣ ਦਾ ਮੁੱਖ ਕਾਰਨ ਕੀ ਸੀਗਾ? ਬੇਸ਼ੱਕ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਆ, ਚਾਹੇ ਭਗਤਾਂ ਦੇ ਨਾਂ ਦੇ ਵਿੱਚ ਦਰਜ ਆ, ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਸੇ ਨੂੰ ਗੁਰੂ ਦਾ ਦਰਜਾ ਨਹੀਂ ਦਿੱਤਾ, ਪਰ ਅਖੌਤੀਆਂ ਨੇ ਉਹਨਾਂ ਨੇ ਪਹਿਲੇ ਗੁਰੂਆਂ ਨੂੰ ਗੁਰੂ ਕਹਿਣਾ, ਜਿਹੜੇ ਸਿੱਖ ਧਰਮ ਦੇ ਮਹਾਂਪੁਰਸ਼ ਉਹਨਾਂ ਨੂੰ ਗੁਰੂ ਕਹਿਣਾ, ਔਰ ਇਹਨਾਂ ਨੂੰ ਭਗਤ ਕਹਿਣਾ। ਇੱਕ ਹੁੰਦਾ ਭਗਤ ਕਹਿਣਾ, ਇੱਕ ਹੁੰਦਾ ਟੰਟਿੰਗ ਡੇਰਾ ਕਹਿਣਾ। ਜੋ ਸਤਿਕਾਰ ਡੇਰਾ ਸੱਚਖੰਡ ਬੱਲਾ ਦੇ ਦੁਆਰੇ ਤੇ, ਜਾਂ ਜੋ ਸਤਿਕਾਰ ਡੇਰਾ ਸੱਚਖੰਡ ਬੱਲਾ ਨੇ ਸਮਾਜ ਨੂੰ ਆਪਣੇ ਹਿੱਕ ਦੇ ਨਾਲ ਲਾ ਕੇ ਦਿੱਤਾ, ਉਹ ਕਿਤੇ ਨਹੀਂ ਮਿਲਦਾ। ਅੱਜ ਘਰ ਘਰ ਦੇ ਵਿੱਚ ਸੰਤ ਰਾਮਾਨੰਦ ਮਹਾਰਾਜ ਦਾ ਜਿਹੜਾ ਵੀ ਕਮੀ ਆ, ਡੇਰੇ ਵਿੱਚ ਤਾਂ ਕਮੀ ਆ, ਘਰ ਘਰ ਦੇ ਵਿੱਚ ਵੀ ਸੰਤ ਰਾਮਾਨੰਦ ਦੀ ਕਮੀ ਆ, ਕਿਉਂਕਿ ਹਰ ਬੰਦਾ ਚਾਹੁੰਦਾ ਹੁੰਦਾ ਸੀ ਕਿ ਸਾਡੇ ਘਰ ਸੰਤ ਰਾਮਾਨੰਦ ਜੀ ਹੋਣ। ਜੈ ਗੁਰਦੇਵ। ਰਵਿਦਾਸੀਆ ਟੀਵੀ ਦੇਖ ਰਹੀਆਂ ਦੇਸ਼ ਵਿਦੇਸ਼ ਦੀਆਂ ਸਾਰੀਆਂ ਸੰਗਤਾਂ ਨੂੰ ਦਾਸ ਮਨਜੀਤ ਰਾਏ ਵੱਲ ਵੱਲੋਂ ਪਿਆਰ ਭਰੀ ਜੈ ਗੁਰਦੇਵ ਜੀ। ਅੱਜ ਅਸੀਂ ਰਵਿਦਾਸੀਆ ਕੌਮ ਦੇ ਮਹਾਂ ਵਿਦਵਾਨ, ਮਹਾਂ ਚਿੰਤਕ, ਬੁੱਧੀਜੀਵੀ ਤੇ ਗੁਰੂ ਰਵਿਦਾਸ ਮਹਾਰਾਜ ਦੇ ਮਿਸ਼ਨ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਪਹੁੰਚਾਉਣ ਵਾਲੇ ਮਹਾਂਪੁਰਸ਼ ਅਮਰ ਸ਼ਹੀਦ ਸੰਤ ਰਾਮਾਨੰਦ ਜੀ, ਜੋ ਜਿਵੇਂ ਕਿ ਸਾਰੀ ਸੰਗਤ ਨੂੰ ਵਿਖਿਆਤ ਆ ਕਿ ਜੋ ਪਿਛਲੇ ਸਮੇਂ ਬਿਆਨਾਂ 'ਚ ਸ਼ਹੀਦ ਹੋ ਗਏ ਸੀ, ਤੇ ਗੁਰੂ ਰਵਿਦਾਸ ਮਹਾਰਾਜ ਦੇ ਮਿਸ਼ਨ ਦੇ ਪ੍ਰਚਾਰ ਪ੍ਰਸਾਰ ਜਦੋਂ ਕਰਨ ਗਏ ਸੀ ਵਿਦੇਸ਼ਾਂ ਦੀ ਧਰਤੀ ਤੇ, ਤਾਂ ਮਨ ਵਿਰੋਧੀਆਂ ਨੇ ਉਹਨਾਂ ਤੇ ਗੋਲੀਆਂ ਚਲਾਈਆਂ, ਜਿਸ ਵਿੱਚ ਸਤਿਗੁਰੂ ਨਿਰੰਜਨ ਦਾਸ ਮਹਾਰਾਜ ਜੀ ਜ਼ਖਮੀ ਹੋ ਗਏ ਸੀ। ਤੇ 25 ਮਈ ਤੜਕਸਾਰ ਨੂੰ 2009 'ਚ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਸ਼ਹੀਦ ਹੋ ਗਏ। ਉਹਨਾਂ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਅੱਜ ਸਾਡੇ ਨਾਲ ਪ੍ਰਿੰਸੀਪਲ ਸਤਪਾਲ ਜੱਸੀ ਜੀ, ਗੋਲਡ ਮੈਡਲ ਦਾ ਡੇਰਾ ਸੱਚਖੰਡ ਬੱਲਾ ਤੋਂ, ਉਹਨਾਂ ਨਾਲ ਵਿਸ਼ੇਸ਼ ਗੱਲਬਾਤ ਕਰਨ ਜਾ ਰਹੇ ਹਾਂ। ਪ੍ਰਿੰਸੀਪਲ ਸਤਪਾਲ ਜੱਸੀ ਜੀ, ਤੁਹਾਡਾ ਰਵਿਦਾਸੀਆ ਟੀਵੀ ਆਉਣ ਤੇ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ। ਜੈ ਗੁਰਦੇਵ ਕਹਿੰਦੇ ਹਾਂ ਜੀ। ਜੈ ਗੁਰਦੇਵ, ਧੰਨ ਗੁਰਦੇਵ। ਸਾਰੇ ਸਰੋਤਿਆਂ ਨੂੰ ਜੈ ਗੁਰਦੇਵ, ਧੰਨ ਗੁਰਦੇਵ। ਪ੍ਰਿੰਸੀਪਲ ਸਾਹਿਬ ਜੀ, ਸਾਨੂੰ ਇਹ ਚਾਨਣਾ ਪਾਓ ਕਿ ਜਦੋਂ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਡੇਰਾ ਸੱਚਖੰਡ ਬੱਲਾ ਆਏ ਆ, ਉਹ ਕਿਹੜੇ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਆਏ ਆ, ਤਾਂ ਉਹਨੇ ਸ਼ੁਰੂਆਤੀ ਦੌਰ ਵਿੱਚ ਕਿਹੜੇ ਕਿਹੜੇ ਮਹਾਂਪੁਰਸ਼ਾਂ ਨਾਲ ਗੁਰੂ ਰਵਿਦਾਸ ਮਿਸ਼ਨ ਦਾ ਪ੍ਰਚਾਰ ਪ੍ਰਸਾਰ ਕੀਤਾ? ਮਨਜੀਤ ਜੀ, ਅਮਰ ਸ਼ਹੀਦ ਸੰਤ ਰਾਮਾਨੰਦ ਜੀ, ਜੋ ਕਿ ਬਹੁਤ ਹੀ ਵੱਡੇ ਵਿਦਵਾਨ ਸਨ, ਬਹੁਤ ਹੀ ਕੀਰਤਨ ਦੇ ਧਨੀ ਸਨ। ਸੰਤ ਰਾਮਾਨੰਦ ਜੀ ਤਕਰੀਬਨ 1974 ਦੇ ਵਿੱਚ ਡੇਰਾ ਸੱਚਖੰਡ ਬੱਲਾ ਦੇ ਵਿੱਚ ਆਏ, ਜਦੋਂ ਕਿ ਉਹਨਾਂ ਨੇ ਤਾਜੀ BA ਕੀਤੀ ਸੀ। ਉਹਨਾਂ ਨੇ ਨੌਕਰੀ ਕਰਨ ਦੀ ਬਜਾਏ ਜਦੋਂ ਉਹਨਾਂ ਦੇ ਅੰਦਰ ਝੁਕਾਅ ਹੋ ਗਿਆ, ਤੇ ਇੱਕ ਦਿਨ ਸੰਤ ਹਰੀਦਾਸ ਮਹਾਰਾਜ ਅਤੇ ਹੋਰ ਡੇਰੇ ਦੇ ਕੁਝ ਉਹਨਾਂ ਦੇ ਸਹਿਯੋਗੀ, ਜਿਨ੍ਹਾਂ ਨੂੰ ਸੰਤ ਰਾਮਾਨੰਦ ਜੀ ਅਕਸਰ ਮਿਲਦੇ ਜੁਲਦੇ ਰਹਿੰਦੇ ਸੀ, ਸੰਤ ਰਾਮਾਨੰਦ ਜੀ ਤੇ ਮੌਜੂਦਾ ਗੱਦੀ ਨਸ਼ੀਨ ਬ੍ਰਹਮ ਗਿਆਨੀ ਸਨ ਨਿਰੰਜਨ ਦਾਸ ਜੀ ਮਹਾਰਾਜ ਦੇ ਜੀਵਨ ਦਾ
ਬਹੁਤ ਵੱਡਾ ਪ੍ਰਭਾਵ ਸੀ, ਜਿਸ ਕਾਰਨ ਉਹ ਡੇਰਾ ਸੱਚਖੰਡ ਬੱਲਾ ਦੇ ਨਾਲ ਜੁੜੇ ਅਤੇ ਸੰਤ ਹਰੀਦਾਸ ਮਹਾਰਾਜ ਜੀ ਉਹਨਾਂ ਨੂੰ ਪੁਰਾਣੀ ਜੀਭ ਹੁੰਦੀ ਸੀ ਸਤਿਗੁਰੂ ਸਵਾਮੀ ਸਰਵਣਦਾਸ ਜੀ ਮਹਾਰਾਜ ਜੀ ਦੀ, ਉਹਦੇ ਵਿੱਚ ਪਿੰਡੋਂ ਜਾ ਕੇ ਲੈ ਕੇ ਆਏ ਆ। ਉਦੋਂ ਸੰਤ ਹਰੀਦਾਸ ਮਹਾਰਾਜ ਡੇਰਾ ਸੱਚਖੰਡ ਬੱਲਾ ਦੇ ਮੁੱਖ ਸੇਵਾਦਾਰ ਸੀ, ਗੱਦੀ ਨਸ਼ੀਨ ਸੀ। ਸੰਤ ਗਰੀਬਦਾਸ ਮਹਾਰਾਜ ਉਸ ਵੇਲੇ ਉਹਨਾਂ ਦੇ ਨਾਲ ਬਤੌਰ ਛੋਟੇ ਸੰਤਾਂ ਦੇ ਵਿੱਚ ਰਹੇ ਸੀ, ਔਰ ਉਹਨਾਂ ਦਿਨਾਂ ਦੇ ਵਿੱਚ ਹੀ ਸ੍ਰੀ ਗੁਰੂ ਰਵਿਦਾਸ ਜਨਮ ਸਥਾਨ ਮੰਦਿਰ ਦੀ ਸੇਵਾ ਚੱਲ ਰਹੀ ਸੀ। ਔਰ ਸੇਵਾ ਬ੍ਰਹਮ ਗਿਆਨੀ ਆਪ ਪਰਮੇਸ਼ਰ ਸੰਤ ਸਰਵਣਦਾਸ ਜੀ ਮਹਾਰਾਜ ਨੇ ਇਹ ਸੇਵਾ ਖੁਦ ਸੰਤ ਗਰੀਬਦਾਸ ਮਹਾਰਾਜ ਜੀਆਂ ਦੀ ਲਾਈ ਸੀ। ਔਰ ਡੇਰੇ ਦੇ ਵਿੱਚ ਜਿਹੜਾ ਕੰਮ ਜ਼ਿਆਦਾ ਉਹ ਸੰਤ ਨਿਰੰਜਨ ਦਾਸ ਮਹਾਰਾਜ ਜੀ ਦੇਖ ਰੇਖ ਕਰਦੇ ਸੀ। ਸੋ ਇਹ ਕਹਿ ਲਓ, ਜਦੋਂ ਸੰਤ 74 ਦੇ ਵਿੱਚ ਸੰਤ ਰਮਾਨੰਦ ਮਹਾਰਾਜ ਆਏ, ਉਹਨਾਂ ਨੂੰ 3 ਮਹਾਨ ਮਹਾਂਪੁਰਸ਼ਾਂ ਦੀ ਸੰਗਤ ਦਾ ਮੌਕਾ ਮਿਲਿਆ। ਸੰਤ ਹਰੀਦਾਸ ਜੀ ਮਹਾਰਾਜ, ਸੰਤ ਗਰੀਬਦਾਸ ਜੀ ਮਹਾਰਾਜ ਔਰ ਸੇਵਾ ਸੰਤ ਨਿਰੰਜਨ ਦਾਸ ਜੀ ਮਹਾਰਾਜ। ਸੋ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਇਹਨਾਂ ਪ੍ਰਭਾਵਾਂ ਦੇ ਵਿੱਚ, ਇਹਨਾਂ ਹਾਲਾਤਾਂ ਦੇ ਵਿੱਚ, ਇਹਨਾਂ ਸਰਕਮਸਟਾਂਸਿਸ ਦੇ ਵਿੱਚ ਉਹਨਾਂ ਨੇ ਉਹ ਜਿਹੜੇ ਆ ਸੰਤ ਰਾਮਾਨੰਦ ਜੀ ਸ੍ਰੀ ਗੁਰੂ ਰਵਿਦਾਸ ਮਿਸ਼ਨ ਜੋ ਡੇਰਾ ਸੱਚਖੰਡ ਬੱਲਾ ਦੇ ਮਹਾਨ ਮਹਾਂਪੁਰਸ਼ਾਂ ਦੇ ਦੁਆਰਾ ਚਲਾਇਆ ਜਾ ਰਿਹਾ ਸੀ, ਉਹਦੇ ਨਾਲ ਜੁੜੇ ਔਰ ਜੁੜ ਕੇ ਉਹ ਕੌਮ ਦੇ ਹੋ ਕੇ ਰਹਿ ਗਏ। ਅੱਜ ਦੁਨੀਆ ਉਹਨਾਂ ਨੂੰ ਕੋਈ ਕਿਸੇ ਨਾਮ ਦੇ ਨਾਲ, ਕੋਈ ਕਿਸੇ ਨਾਮ ਦੇ ਨਾਲ, ਕੋਈ ਨਿੱਜੀ ਯਾਦਾਂ ਦੇ ਕਾਰਨ, ਕੋਈ ਯੋਗਦਾਨ ਦੇ ਕਾਰਨ, ਕੋਈ ਕਿਸੇ ਕਾਰਨ ਅੱਜ ਉਹਨਾਂ ਨੂੰ ਬੜੇ ਪਿਆਰ ਦੇ ਨਾਲ ਯਾਦ ਕਰਦੀ ਆ। ਸੋ ਉਹਨਾਂ ਦਾ ਆਉਣਾ ਧਰਤੀ ਲਈ ਮੁਬਾਰਕ, ਡੇਰੇ ਲਈ ਮੁਬਾਰਕ, ਰਵਿਦਾਸੀਆ ਕੌਮ ਦੇ ਲਈ ਮੁਬਾਰਕ। ਔਰ ਉਹਨਾਂ ਨੇ ਮਾਨਵਤਾ ਨੂੰ ਬਹੁਤ ਵੱਡੀ ਇੱਕ ਦੇਣ ਦਿੱਤੀ ਕਿ ਸੰਤਾਂ ਦਾ ਮਾਰਗ ਬਹੁਤ ਵੱਡਾ ਇੱਕ ਮਾਰਗ ਹੈ। ਜੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਵੀ ਪਰਮਾਰਥ ਦੀ ਸੇਵਾ, ਸੰਗਤ ਦੀ ਸੇਵਾ ਤੁਸੀਂ ਕਰ ਸਕਦੇ ਆ। ਪ੍ਰਿੰਸੀਪਲ ਸਾਹਿਬ ਜੀ, ਸ਼ੁਰੂਆਤੀ ਦੌਰ ਵਿੱਚ ਅਮਰਸ਼ੀ ਸੰਤ ਰਾਮਾਨੰਦ ਮਹਾਰਾਜ ਜੀ ਨੇ ਸਤਿਗੁਰੂ ਰਵਿਦਾਸ ਮਹਾਰਾਜ ਬੇਗਮਪੁਰੇ ਦੇ ਮਿਸ਼ਨ ਦਾ ਪ੍ਰਚਾਰ ਪ੍ਰਸਾਰ ਕਿੱਥੇ ਕਿੱਥੇ ਕੀਤਾ? ਮਨਜੀਤ ਜੀ, ਸ੍ਰੀ ਗੁਰੂ ਰਵਿਦਾਸ ਮਿਸ਼ਨ ਦੇ ਪ੍ਰਤੀ ਸੰਤ ਰਾਮਾਨੰਦ ਜੀ ਦੇ ਅੰਦਰ ਲਗਨ ਤਾਂ ਪਹਿਲਾਂ ਹੀ ਸੀ। ਉਹਨਾਂ ਦਾ ਡੇਰੇ ਦੇ ਵਿੱਚ ਆਉਣਾ, ਸਤਿਗੁਰੂ ਸਵਾਮੀ ਸਰਵਣਦਾਸ ਮਹਾਰਾਜ ਜੀ ਦੇ ਟਾਈਮ ਦੇ ਵਿੱਚ ਥੋੜਾ ਕੀਰਤਨ ਦੀ ਸੇਵਾ ਚੱਲਦੀ ਸੀ, ਪਰ ਡੇਰਾ ਸੱਚਖੰਡ ਬੱਲਾ ਨੂੰ ਇੱਕ ਵਧੀਆ ਡੇਰੇ ਦੇ ਤੌਰ ਤੇ ਵਿਖਿਆਤ ਕਰਨ ਦੇ ਲਈ ਉਹਨਾਂ ਨੇ ਇੱਕ ਪ੍ਰਚਾਰਕ ਡੇਰਾ ਜੋ ਸੰਤ ਗਰੀਬਦਾਸ ਮਹਾਰਾਜ ਦੀ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਬਣਾਇਆ ਤੇ ਸਥਾਪਿਤ ਕੀਤਾ ਗਿਆ, ਉਹ ਸ਼ੁਰੂ ਕੀਤਾ। ਸੰਤਾਂ ਨੇ ਆਪ ਇਤਿਹਾਸ ਦੀਆਂ ਕਿਤਾਬਾਂ ਪੜ੍ਹੀਆਂ, ਇਤਿਹਾਸ ਨਾਲ ਜੋੜਨ ਦਾ ਯਤਨ ਕੀਤਾ ਔਰ ਉਹਨਾਂ ਦੇ ਇਹ ਬਹੁਤ ਇੱਕ ਵਧੀਆ ਪ੍ਰਭਾਵ ਸੀ ਕਿ ਜਗਤ ਗੁਰੂ ਰਵਿਦਾਸ ਬਾਣੀ ਹੀ ਮਾਨਵਤਾ ਦਾ ਆਧਾਰ ਕਰ ਸਕਦੀ ਹੈ। ਇਸ ਲਈ ਉਹਨਾਂ ਨੇ ਮੁੰਡਲੇ ਉਹ ਪਰਿਵਾਰ ਜੋ ਸਤਿਗੁਰੂ ਸਵਾਮੀ ਸਰਵਣਦਾਸ ਜੀ ਮਹਾਰਾਜ ਦੇ ਚਰਨਾਂ ਦੇ ਨਾਲ, ਸੰਤ ਹਰੀਦਾਸ ਮਹਾਰਾਜ ਦੇ ਚਰਨਾਂ ਨਾਲ ਜੁੜੇ ਸੀ, ਜਦੋਂ ਉਹ ਆਪਣੇ ਆਪਣੇ ਘਰਾਂ ਦੇ ਵਿੱਚ ਜਾਂ ਕਿਸੇ ਵਿਆਹ ਸ਼ਾਦੀ ਵੇਲੇ ਮਹਾਰਾਜ ਜੀ ਨੂੰ ਯਾਦ ਕਰਦੇ ਸੀ ਤੇ ਸਤਿਗੁਰੂ ਸਵਾਮੀ ਗਰੀਬਦਾਸ ਜੀ ਮਹਾਰਾਜ ਦੀ ਸਰਪ੍ਰਸਤੀ ਦੇ ਵਿੱਚ ਇਹ ਜਥਾ ਸੰਤ ਰਾਮਾਨੰਦ ਜੀ ਦੀ ਅਗਵਾਈ ਦੇ ਵਿੱਚ ਇਹ ਜਥਾ ਵਿਖਰਦਾ ਸੀ ਅਤੇ ਇਹਨਾਂ ਨੇ ਮੁੱਢਲੇ ਤੌਰ ਤੇ ਸ੍ਰੀ ਗੁਰੂ ਰਵਿਦਾਸ ਬਾਣੀ ਦੇ ਪ੍ਰਚਾਰ ਪ੍ਰਸਾਰ ਦਾ ਜਿਹੜਾ ਕੰਮ ਆ ਉੱਥੋਂ ਸ਼ੁਰੂ ਕੀਤਾ। ਉੱਥੋਂ ਲੋਕਾਂ ਨੂੰ ਪਤਾ ਲੱਗਣਾ ਸ਼ੁਰੂ ਹੋਇਆ ਕਿ ਸਤਿਗੁਰੂ ਰਵਿਦਾਸ ਮਹਾਰਾਜ ਵੀ ਇੱਕ ਮਹਾਨ ਮਹਾਪੁਰਸ਼ ਬ੍ਰਹਮ ਗਿਆਨੀ ਸੰਤ ਪਾਰ ਬ੍ਰਹਮ ਦੇ ਸੰਤ ਦੁਨੀਆ ਦੇ ਵਿੱਚ ਆਏ ਆ, ਜਿਨ੍ਹਾਂ ਨੇ ਸਾਡੇ ਦੇ ਲਈ, ਗਰੀਬਾਂ ਦੇ ਲਈ, ਮਜਲੂਮਾਂ ਦੇ ਲਈ, ਲੋੜਵੰਦਾਂ ਦੇ ਲਈ ਬਹੁਤ ਵੱਡੀ ਇੱਕ ਸੇਵਾ ਪਾਈ ਆ।
ਪ੍ਰਿੰਸੀਪਲ ਜੀ, ਆਪਣੇ ਜਦੋਂ ਸੰਤ ਰਾਮਾਨੰਦ ਮਹਾਰਾਜ ਜੀ ਵਿਦੇਸ਼ ਯਾਤਰਾ ਗਏ, ਆਪਣੇ ਕਿਹੜੇ ਮਹਾਂਪੁਰਸ਼ਾਂ ਨਾਲ ਸ਼ੁਰੂਆਤੀ ਦੌਰ ਤੇ ਗਏ ਤੇ ਕਿੱਥੇ ਕਿੱਥੇ ਮਹਾਰਾਜ ਜੀ ਯਾਤਰਾਵਾਂ ਕੀਤੀਆਂ ਵਿਦੇਸ਼ ਦੀਆਂ? ਮਨਜੀਤ ਜੀ, ਮੈਂ ਇਹ ਗੱਲ ਦੇਖੋ, ਇਹਦਾ ਥੋੜਾ ਜਿਹਾ ਮੁੱਢ ਪਹਿਲਾਂ ਤੋਂ ਆ। ਸੰਤ ਬਾਬਾ ਪਿੱਪਲਦਾਸ ਜੀ ਮਹਾਰਾਜ, ਹਾਂਜੀ ਬ੍ਰਹਮ ਗਿਆਨੀ ਆਪ ਪਰਮੇਸ਼ਰ ਸੰਤ ਸਰਵਣਦਾਸ ਜੀ ਮਹਾਰਾਜ, ਹਾਂਜੀ ਸੰਤ ਹਰੀਦਾਸ ਜੀ ਮਹਾਰਾਜ, ਹਾਂਜੀ ਇਹ ਤਿੰਨੇ ਵੱਡੇ ਮਹਾਂਪੁਰਸ਼ ਵਿਦੇਸ਼ ਯਾਤਰਾ ਤੇ ਨਹੀਂ ਗਏ। ਹਾਂਜੀ ਸੰਤ ਗਰੀਬਦਾਸ ਮਹਾਰਾਜ ਵੀ ਵਿਦੇਸ਼ ਯਾਤਰਾ ਕਰਨੀ ਨਹੀਂ ਸੀ ਚਾਹੁੰਦੇ। ਹਾਂਜੀ ਕੁਝ ਹੋਰ ਸੇਵਾਦਾਰ ਸਨ, ਉਹਨਾਂ ਨੂੰ ਇਹ ਗੱਲ ਤੜਪ ਰਹੀ ਸੀ, ਜਾਂ ਉਹਨਾਂ ਨੂੰ ਕਿਤੇ ਕਿਤੇ ਇਹ ਗੱਲ ਰੜਕ ਰਹੀ ਸੀ ਕਿ ਯਾਰ ਸੰਤ ਸਾਡੀ ਬੇਨਤੀ ਨੂੰ ਸਵੀਕਾਰ ਨਹੀਂ ਕਰਦੇ। ਹਾਂਜੀ ਸਤਿਗੁਰੂ ਸਵਾਮੀ ਗਰੀਬਦਾਸ ਮਹਾਰਾਜ ਜਦੋਂ ਸੰਤ ਹਰੀਦਾਸ ਜੀ ਮਹਾਰਾਜ ਦੇ ਬਾਅਦ ਗੱਦੀ ਨਸ਼ੀਨ ਹੋਏ ਤੇ ਸੰਤ ਗਰੀਬਦਾਸ ਮਹਾਰਾਜ ਸ਼ੂਗਰ ਡਾਇਬਟੀ ਤੋਂ ਪੀੜਤ ਸਨ। ਹਾਂਜੀ ਤੇ ਬਹੁ ਨੇ ਆਪਣੇ ਸਾਥੀਆਂ ਦੇ ਨਾਲ ਪ੍ਰੋਗਰਾਮ ਬਣਾਇਆ। ਮਹਾਰਾਜ ਗਰੀਬਦਾਸ ਸੰਤਾਂ ਨੇ ਇਨਕਾਰ ਕਰ ਦਿੱਤਾ, ਕਹਿੰਦੇ ਜੇ ਗੁਰੂ ਸਾਹਿਬ ਨਹੀਂ ਗਏ ਤਾਂ ਮੈਂ ਵੀ ਨਹੀਂ ਜਾਣਾ। ਹਾਂਜੀ ਫਿਰ ਉਹਨਾਂ ਨੇ ਬੜੇ ਪਿਆਰ ਦੇ ਨਾਲ, ਬੜੇ ਢੰਗ ਨਾਲ, ਮਨੋਵਿਗਿਆਨਕ ਤੌਰ ਤੇ ਕੋਈ ਇਸ ਤਰ੍ਹਾਂ ਗੱਲਬਾਤ ਕੀਤੀ ਕਿ ਮਹਾਰਾਜ ਜੀ, ਇੰਗਲੈਂਡ ਦਾ ਵਾਤਾਵਰਨ ਬਹੁਤ ਵਧੀਆ ਆ, ਡਾਇਬਟੀ ਦੇ ਲਈ ਇੱਥੇ ਦਵਾਈ ਬਹੁਤ ਵਧੀਆ ਆ, ਇੱਥੇ ਦੇ ਡਾਕਟਰ ਜਿਹੜੇ ਆ ਉਹ ਬਹੁਤ ਕੁਆਲੀਫਾਈਡ ਆ, ਤੁਸੀਂ ਸਾਡੀ ਬੇਨਤੀ ਮੰਨੋ। ਸੋ 85 ਦੇ ਵਿੱਚ ਗੁਰੂ ਪਿਤਾ ਗਰੀਬਦਾਸ ਮਹਾਰਾਜ ਪਹਿਲੀ ਵਾਰੀ ਇੰਗਲੈਂਡ ਦੀ ਧਰਤੀ ਤੇ ਮੁਬਾਰਕ ਚਰਨ ਪਾਉਂਦਿਆਂ ਆਪਣੇ ਪਰਿਵਾਰਾਂ, ਸਤਿਗੁਰੂ ਸਵਾਮੀ ਸਰਵਣਦਾਸ ਮਹਾਰਾਜ ਦੇ ਪਰਿਵਾਰਾਂ ਨੂੰ, ਹਰੀਦਾਸ ਮਹਾਰਾਜ ਦੇ ਪਰਿਵਾਰਾਂ ਨੂੰ ਮਿਲਣ ਵਾਸਤੇ ਗਏ। ਉਸ ਵੇਲੇ ਮੁੱਖ ਤੌਰ ਤੇ ਸੰਤ ਰਾਮਾਨੰਦ ਜੀ ਅਤੇ ਸੰਤ ਸਿੰਦਰਦਾਸ ਜੀ ਉਹਨਾਂ ਦੇ ਨਾਲ ਸੀ। ਫਿਰ ਉਹਨਾਂ ਤੋਂ ਬਾਅਦ ਇੰਗਲੈਂਡ, ਕੈਨੇਡਾ, ਅਮਰੀਕਾ, ਹੋਰ ਕਈ ਦੇਸ਼ਾਂ ਦੇ ਵਿੱਚ ਸਤਿਗੁਰੂ ਸਵਾਮੀ ਗਰੀਬਦਾਸ ਮਹਾਰਾਜ ਦੀ ਯਾਤਰਾ ਦੇ ਨਾਲ, ਧਾਰਮਿਕ ਯਾਤਰਾ ਦੇ ਨਾਲ, ਸ੍ਰੀ ਗੁਰੂ ਰਵਿਦਾਸ ਮਿਸ਼ਨ ਪ੍ਰਚਾਰ ਯਾਤਰਾ ਦੇ ਨਾਲ ਸੰਤ ਰਾਮਾਨੰਦ ਜੀ ਨਾਲ ਰਹੇ, ਔਰ ਉਹਨਾਂ ਨੇ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਜੋ ਮਹਿਮਾ ਆ, ਜੋ ਰੂਹਾਨੀਅਤ ਆ, ਜੋ ਅਧਿਆਤਮਿਕਤਾ ਆ, ਜਾਂ ਜੋ ਉਹਨਾਂ ਦੀ ਕੰਟਰੀਬਿਊਸ਼ਨ ਆ ਸੰਸਾਰ ਨੂੰ, ਉਹਦੇ ਬਾਰੇ ਜਾਣੂ ਕਰਵਾਇਆ। ਸੋ ਸੰਤ ਰਾਮਾਨੰਦ ਜੀ ਨੇ ਤਕਰੀਬਨ ਸਾਰੀ ਆਪਣੀ ਲਾਈਫ ਤੱਕ ਇਹ ਜਿਹੜਾ ਮਿਸ਼ਨ ਸਤਿਗੁਰੂ ਗਰੀਬਦਾਸ ਮਹਾਰਾਜ ਦੇ ਚਰਨਾਂ 'ਚ ਸ਼ੁਰੂ ਕੀਤਾ ਸੀ, ਉਹਨੂੰ ਆਪਣੇ ਤਨੋਂ ਮਨੋਂ ਧਨੋਂ ਇਸ ਮਿਸ਼ਨ ਦੇ ਵਿੱਚ ਲਗਾਇਆ ਤੇ ਨਿਭਾਇਆ। ਪ੍ਰਿੰਸੀਪਲ ਸਾਹਿਬ ਜੀ, ਸੰਤ ਰਾਮਾਨੰਦ ਮਹਾਰਾਜ ਦਾ ਸੰਗਤਾਂ ਨਾਲ ਤੇ ਸਮਾਜਿਕ ਕਿਹੋ ਜਿਹਾ ਮੇਲ ਮਿਲਾਪ ਸੀਗਾ ਇਹਨਾਂ ਦਾ? ਜੀ, ਸੰਤ ਰਾਮਾਨੰਦ ਜੀ ਦੇ ਬਾਰੇ ਕਈ ਕੁਝ ਕਹਿਣਾ ਜਾਂ ਕਈ ਕੁਝ ਕਿਹਾ ਜਾ ਸਕਦਾ ਹੈ। ਹਾਂਜੀ ਪਰ ਜਿੱਦਾਂ ਤੁਸੀਂ ਪ੍ਰਸ਼ਨ ਕੀਤਾ, ਉਹਦੇ ਮੁਤਾਬਕ ਜਿਹੜਾ ਅੱਜ ਦੁਨੀਆ ਦਾ ਪ੍ਰਚਾਰ ਪ੍ਰਸਾਰ ਤੁਸੀਂ ਦੇਖਦੇ ਆ, ਹਾਂਜੀ ਹਾਂਜੀ ਉਹਦੇ ਤੋਂ ਇੱਕ ਕਲੀਅਰ ਹੋ ਜਾਂਦਾ ਹੈ। ਹਾਂਜੀ ਮੈਂ ਅੱਖੀਂ ਦੇਖਿਆ ਨਾਲ ਰਹਿ ਕੇ, ਹਾਂਜੀ ਉਹ ਤੋਂ ਇੱਕ ਕਲੀਅਰ ਹੋ ਜਾਂਦਾ ਕਿ ਸੰਤ ਰਾਮਾਨੰਦ ਜੀ ਦਾ ਸੰਗਤਾਂ ਦੇ ਨਾਲ ਬੜਾ ਪਿਆਰ ਸੀ। ਉਹ ਸੰਗਤਾਂ ਦਾ ਬੜਾ ਸਤਿਕਾਰ ਕਰਦੇ ਸੀ। ਉਹਨਾਂ ਨੂੰ ਕੱਲੇ-ਕੱਲੇ ਪਰਿਵਾਰ ਦਾ ਪਤਾ ਸੀ। ਇਹ ਸਤਿਗੁਰੂ ਸਵਾਮੀ ਸਰਵਣਦਾਸ ਮਹਾਰਾਜ ਦਾ ਪਰਿਵਾਰ ਆ, ਇਹ ਸਤਿਗੁਰੂ ਸਵਾਮੀ ਪਿੱਪਲਦਾਸ ਜੀ ਮਹਾਰਾਜ ਜੀ ਦਾ ਪਰਿਵਾਰ ਆ, ਇਹ ਸਤਿਗੁਰੂ ਸਵਾਮੀ ਹਰੀਦਾਸ ਜੀ ਮਹਾਰਾਜ ਦਾ ਪਰਿਵਾਰ ਆ। ਉਹ ਜਦੋਂ ਕੋਈ ਜੀਵ ਡੇਰੇ ਆਉਂਦਾ ਸੀ ਤੇ ਉਸ ਜੀਵ ਦੇ ਪਰਿਵਾਰ ਦੇ ਮੈਂਬਰਾਂ ਦਾ ਨਾਂ ਲੈ ਕੇ, ਉਹਨਾਂ ਦਾ ਹਾਲ ਚਾਲ ਪੁੱਛ ਕੇ ਗੱਲ ਕਰਦੇ ਸੀ। ਔਰ ਸੰਤ ਰਾਮਾਨੰਦ ਇੱਕ ਐਸੀ ਵਿਲੱਖਣ ਸ਼ਖਸੀਅਤ ਸੀ, ਜਿਨ੍ਹਾਂ ਨੂੰ ਕੱਲੇ-ਕੱਲੇ ਦਾ ਪਤਾ ਸੀ ਕਿ ਕਿਹੜਾ ਜਿਹੜਾ ਸੇਵਾਦਾਰ ਆ, ਉਹਦੀ ਕੀ ਕੁਆਲੀਫਿਕੇਸ਼ਨ ਹੈ, ਉਹ ਡੇਰੇ ਦੇ ਪ੍ਰਚਾਰ ਪ੍ਰਸਾਰ ਵਾਸਤੇ ਕੀ ਯੋਗਦਾਨ ਪਾ ਸਕਦਾ, ਕੀ ਇਹਦੀ ਡਿਊਟੀ ਲਾਈਏ ਤਾਂ ਇਹ ਗੱਲ ਨਿਭਾ ਸਕਦਾ ਆ, ਕੀ ਇਹ ਜਿਹੜਾ ਬੰਦਾ ਆ ਇਹਦੀ ਡਿਊਟੀ ਲਾਈਏ ਤਾਂ ਇਹ ਯੋਗਤਾ ਅਨੁਸਾਰ ਕੰਮ ਕਰ ਸਕਦਾ ਹੈ ਕਿ ਨਹੀਂ ਕਰ ਸਕਦਾ। ਇਸ ਕਰਕੇ ਉਹਨਾਂ ਦਾ ਜਿਹੜਾ, ਮੈਂ ਇਹ ਕਹੂੰਗਾ, ਜਿਹੜਾ ਬ੍ਰੇਨ ਸੀ,
ਉਹ ਸੰਗਤਾਂ ਦੇ ਨਾਲ ਅਥਾਹ ਪਿਆਰ ਕਾਰਨ ਮੈਂ ਸਮਝਦਾ ਉਹ ਇੱਕ ਕੰਪਿਊਟਰ ਸੀ, ਜਿਨ੍ਹਾਂ ਨੂੰ ਕੱਲੀ ਕੱਲੀ ਘਟਨਾ, ਕੱਲੇ ਕੱਲੇ ਦਾ ਨੰਬਰ, ਕੱਲੇ ਕੱਲੇ ਦਾ ਨਾਮ ਯਾਦ ਸੀ। ਅੱਜ ਜੇ ਮੰਨ ਲਓ ਸਪੋਜ਼ ਕਿਸੇ ਨੂੰ ਪਰਿਵਾਰ ਨਾਲ ਅਮਰੀਕਾ 'ਚ ਗੱਲ ਕਰਦੇ ਆ ਤਾਂ ਕਰਦੇ ਆ, ਜੇ ਉਹਨਾਂ ਨੂੰ ਅਚਾਨਕ ਮੱਧ ਪ੍ਰਦੇਸ਼ ਚੋਂ ਜਾਂ ਕਿਤੇ ਉੱਧਰੋਂ ਫੋਨ ਆ ਜਾਂਦਾ ਆ, ਤੇ ਸੰਤ ਰਾਮਾਨੰਦ ਜੀ ਉਸ ਪਿਆਰ ਦੀ ਜਾਂ ਕਹਿ ਲਓ ਯਾਦਾਸ਼ਤ ਦੀ ਮੁਜੱਸਮਾ ਸੀ ਕਿ ਉਹਨਾਂ ਨੇ ਜਦੋਂ ਫੋਨ ਚੱਕਣਾ ਤੇ ਉਹਨੂੰ ਪਹਿਲਾਂ ਕਹਿਣਾ, ਹਾਂ ਫਲਾਣਾ ਰਾਮਾ ਕਿੱਦਾਂ ਹਾਲ ਆ, ਤੇਰੇ ਘਰ ਵਾਲੀ ਫਲਾਣੀ ਦਾ ਕਿੱਦਾਂ, ਬੱਚੇ ਦੀ ਕਿੱਦਾਂ। ਸੋ ਮੈਂ ਇਹ ਕਹਿ ਸਕਦਾ ਹਾਂ ਸੰਤ ਨਿਰੰਜਨ ਦਾਸ ਮਹਾਰਾਜ ਦੀ ਤਰ੍ਹਾਂ ਸੰਤ ਰਾਮਾਨੰਦ ਵੀ ਸੰਗਤਾਂ ਨੂੰ ਬਹੁਤ ਪਿਆਰ ਕਰਦੇ ਸੀ, ਸੰਗਤਾਂ ਦਾ ਬਹੁਤ ਸਤਿਕਾਰ ਕਰਦੇ ਸੀ। ਇਹੀ ਕਾਰਨ ਆ ਕਿ ਅੱਜ ਘਰ ਘਰ ਦੇ ਵਿੱਚ ਸੰਤ ਰਾਮਾਨੰਦ ਮਹਾਰਾਜ ਦਾ ਜਿਹੜਾ ਦੀ ਕਮੀ ਆ, ਡੇਰੇ ਵਿੱਚ ਤਾਂ ਕਮੀ ਆ, ਘਰ ਘਰ ਦੇ ਵਿੱਚ ਵੀ ਸੰਤ ਰਾਮਾਨੰਦ ਦੀ ਕਮੀ ਆ, ਕਿਉਂਕਿ ਹਰ ਬੰਦਾ ਚਾਹੁੰਦਾ ਹੁੰਦਾ ਸੀ ਕਿ ਸਾਡੇ ਘਰ ਸੰਤ ਰਾਮਾਨੰਦ ਜੀ ਹੋਣ ਅਤੇ ਉਹ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਚਰਨਾਂ ਦੇ ਵਿੱਚ ਸਾਡੇ ਪਰਿਵਾਰ ਦੀ ਸੁੱਖ ਸ਼ਾਂਤੀ ਦੇ ਵਾਸਤੇ, ਸਾਡੇ ਪਰਿਵਾਰ ਦੇ ਕਲਿਆਣ ਵਾਸਤੇ, ਸਾਡੇ ਪਰਿਵਾਰ ਦੀ ਤਰੱਕੀ ਵਾਸਤੇ ਆਪਣੀ ਰਸਨਾ ਤੋਂ ਇੱਕ ਵਾਰੀ ਅਰਦਾਸ ਜ਼ਰੂਰ ਕਰਨ। ਇੱਥੋਂ ਪਤਾ ਲੱਗਦਾ ਕਿ ਸੰਗਤ ਉਹਨਾਂ ਦੇ ਚਰਨਾਂ ਦੀ, ਉਹਨਾਂ ਦੀ ਰਸਨਾ ਦੀ, ਉਹਨਾਂ ਦੇ ਪਿਆਰ ਦੀ ਬਹੁਤ ਦੀਵਾਨੀ ਸੀ। ਜੇ ਮੈਂ ਇੱਕ ਉਰਦੂ ਦਾ ਸ਼ਬਦ ਕਵਾਂ, ਸੰਤ ਰਾਮਾਨੰਦ ਸੰਗਤਾਂ ਦੇ ਵਿੱਚ ਹਰ ਦਿਲ ਅਜੀਜ਼, ਹਰ ਦਿਲ ਅਜੀਜ਼, ਹਰ ਦਿਲ ਅਜੀਜ਼ ਸੰਤ ਸੀ। ਪ੍ਰਿੰਸੀਪਲ ਸਾਹਿਬ ਜੀ, ਅਮਰ ਸ਼ਹੀਦ ਸੰਤ ਰਾਮਾਨੰਦ ਜੀ ਦਾ ਸਤਿਗੁਰੂ ਨਿਰੰਜਨ ਦਾਸ ਮਹਾਰਾਜ ਜੀ ਨਾਲ ਕਿਹੋ ਜਿਹਾ ਮੇਲ ਮਿਲਾਪ ਸੀਗਾ ਤੇ ਡੇਰੇ ਦੇ ਕਾਰਜਾਂ ਵਿੱਚ ਉਹਨਾਂ ਦਾ ਕੀ ਅਹਿਮ ਰੋਲ ਸੀਗਾ? ਦੇਖੋ ਮਨਜੀਤ ਜੀ, ਸੰਤ ਰਾਮਾਨੰਦ ਜੀ ਦਾ ਜਿਹੜਾ ਨਾਂ ਆ, ਹਾਂਜੀ, ਉਹ ਇਹ ਕਹਿ ਲਓ ਵੀ ਉਹਨਾਂ ਨੂੰ ਅਸੀਂ ਇੱਕ ਸੇਵਾ ਦੇ ਪੁੰਜ ਕਹਿ ਸਕਦੇ ਹਾਂ। ਹਾਂਜੀ। ਸੰਤ ਨਿਰੰਜਨ ਦਾਸ ਜੀ ਮਹਾਰਾਜ ਉਹਨਾਂ ਦੇ ਤਾਇਆ ਸ਼੍ਰੀ ਸਾਧੂ ਰਾਮ ਜੀ ਦੇ ਲੜਕੇ ਆ। ਹਾਂਜੀ। ਇਹਨਾਂ ਦਾ ਬਹੁਤ ਆਪਸੀ ਚ ਪਿਆਰ ਸੀ। ਹਾਂਜੀ। ਤੁਸੀਂ ਦੇਖ ਸਕਦੇ ਆ ਡੇਰਾ ਸੱਚਖੰਡ ਬੱਲਾ ਨੇ ਜੋ ਬੁਲੰਦੀਆਂ ਮੌਜੂਦਾ ਰੱਬ ਜੀ ਸੰਤ ਨਿਰੰਜਨ ਦਾਸ ਮਹਾਰਾਜ ਦੇ ਟਾਈਮ ਦੇ ਵਿੱਚ ਪ੍ਰਾਪਤ ਕੀਤੀਆਂ, ਇਹ ਨਹੀਂ ਸੀ ਪ੍ਰਾਪਤ ਹੋ ਸਕਦੀਆਂ ਜੇ ਇਹਨਾਂ ਦਾ ਆਪਸੀ ਪਿਆਰ ਨਾ ਹੁੰਦਾ। ਹਾਂਜੀ। ਇਹ ਇੱਕ ਬਹੁਤ ਵੱਡਾ ਉਹਨਾਂ ਦੇ ਪਿਆਰ ਦਾ ਸਬੂਤ ਆ। ਹਾਂਜੀ। ਉਹ ਕਿਹੜਾ ਥਾਂ ਆ ਜਿੱਥੇ ਸੰਤ ਨਿਰੰਜਨ ਦਾਸ ਮਹਾਰਾਜ ਤੇ ਸੰਤ ਰਾਮਾਨੰਦ ਮਹਾਰਾਜ ਇਕੱਠੇ ਨਾ ਗਏ ਹੁਣ, ਇਕੱਠੇ ਨਾ ਗਏ ਹੋਣ, ਜਿੱਥੇ ਉਹਨਾਂ ਦਾ ਪਿਆਰ ਤੁਹਾਨੂੰ ਨਾ ਦਿਖਾਈ ਦਿੱਤਾ ਹੋਵੇ, ਚਾਹੇ ਸ੍ਰੀ ਗੁਰੂ ਰਵਿਦਾਸ ਸਤਸੰਗ ਭਵਨ ਲਾ ਲਓ, ਚਾਹੇ ਸ੍ਰੀ ਗੁਰੂ ਰਵਿਦਾਸ ਡੇਰਾ ਸਿਰਸਗੜ੍ਹ ਦਾ ਲਾ ਲਓ, ਚਾਹੇ ਤੁਸੀਂ ਗਿੱਲਪੱਤੀ ਬਠਿੰਡੇ ਵਾਲਾ ਲਾ ਲਓ, ਚਾਹੇ ਬਨਾਰਸ ਦੀਆਂ ਸਭਾਵਾਂ ਲਾ ਲਵੋ, ਚਾਹੇ ਆਪਣੇ ਅੱਖਾਂ ਦਾ ਹਸਪਤਾਲ ਲਾ ਲਵੋ, ਚਾਹੇ ਤੁਸੀਂ ਹਦੀਆਬਾਦ ਦਾ ਡੇਰਾ ਲਾ ਲਵੋ, ਜਿਹੜੇ ਪਦ ਚਿੰਨ੍ਹ, ਜਿਹੜੀਆਂ ਪੈੜਾਂ ਉਹਨਾਂ ਨੇ ਪਾਈਆਂ, ਉੱਥੋਂ ਸਪਸ਼ਟ ਹੁੰਦਾ ਕਿ ਸੰਤ ਨਿਰੰਜਨ ਦਾਸ ਮਹਾਰਾਜ ਦਾ ਤੇ ਸੰਤ ਰਾਮਾਨੰਦ ਜੀ ਦਾ ਬਹੁਤ ਡੂੰਘਾ ਪਿਆਰ ਸੀ। ਮੈਂ ਤਾਂ ਜੋ ਦੇਖਿਆ, ਸੰਤ ਰਾਮਾਨੰਦ ਮਹਾਰਾਜ ਨੇ ਕਮਰੇ ਤੋਂ ਆਉਣਾ, ਆ ਕੇ ਸੰਤ ਸਰਵਣ ਦਾਸ ਮਹਾਰਾਜ ਦੇ ਮੰਦਿਰ ਦੀ ਪਰਿਕਰਮਾ ਕਰਨੀ, ਮੱਥਾ ਟੇਕਣਾ, ਔਰ ਜਦੋਂ ਸਤਿਗੁਰੂ ਸਵਾਮੀ ਨਿਰੰਜਨ ਦਾਸ ਮਹਾਰਾਜ ਗੱਦੀ ਤੇ ਬਿਰਾਜਮਾਨ ਹੋਣੇ, ਚਾਹੇ ਉਹ ਕਮਰੇ 'ਚ ਹੋਣ, ਚਾਹੇ ਉਹ ਮੰਦਿਰ ਵਿੱਚ ਹੋਣ, ਸੰਤ ਰਾਮਾਨੰਦ ਜੀ ਨੇ ਉਹਨਾਂ ਨੂੰ ਦੰਡਵਤ ਪ੍ਰਣਾਮ ਦੀ ਤਰ੍ਹਾਂ ਉਹਨਾਂ ਨੂੰ ਪ੍ਰਣਾਮ ਕਰਨੀ, ਔਰ ਮਹਾਰਾਜ ਨੇ ਉਹਨਾਂ ਨੂੰ ਪਿਆਰ ਦੇਣਾ। ਇਹ ਬਹੁਤ ਵੱਡੀ, ਜਾਣੀ ਕਿ ਸਿੱਧੇ ਲੰਮਾ ਪੈ ਕੇ ਡੰਡੌਤ ਕਰਦੇ, ਇੱਕ ਤਰ੍ਹਾਂ ਮੈਂ ਕਹਿ ਸਕਦਾ ਹਾਂ, ਜਿਸ ਆਦਮੀ ਦੇ ਦਿਲ ਦੇ ਵਿੱਚ ਕਿਸੇ ਦੇ ਪ੍ਰਤੀ ਪਿਆਰ ਨਾ ਹੋਵੇ, ਉਹ ਕਿਸੇ ਨਾ ਕਿਸੇ ਢੰਗ ਤੋਂ ਪਤਾ ਚੱਲ ਜਾਂਦਾ ਕਿ ਇਹਦਾ ਪਿਆਰ ਨਹੀਂ ਹੈ। ਰਹੀ ਸੇਵਾ ਦੀ ਗੱਲ, ਮੈਂ ਆਪਣੇ ਅੱਖੀਂ ਜੋ ਦੇਖਿਆ, ਮੈਨੂੰ ਅੱਜ ਵੀ ਯਾਦ ਆ, ਸ੍ਰੀ ਗੁਰੂ ਰਵਿਦਾਸ ਸਤਸੰਗ ਭਵਨ ਦਾ ਜਿੱਦਣ ਨੀਂਹ ਪੱਥਰ ਰੱਖਿਆ, ਉਦਣ ਵੀ ਮੈਂ ਹਾਜ਼ਰ ਸੀ। ਜਦੋਂ ਅਸੀਂ ਟੱਕ ਲਾਏ
ਮੈਨੂੰ ਯਾਦ ਹੈ ਮੈਂ 5ਵਾਂ ਜਾਂ 6ਵਾਂ ਨੰਬਰ ਟੱਕ ਲਾਇਆ ਸੀ। ਹਾਂਜੀ ਸੰਤ ਗੁਰਸਵਾਮੀ ਨੰਜਨ ਦਾਸ ਮਹਾਰਾਜ, ਸੰਤ ਰਾਮਾਨੰਦ ਮਹਾਰਾਜ, ਭੂਆ ਭਜਨੋਂ ਹਾਂਜੀ ਜੀ ਹਾਜ਼ਰ ਸੀ। ਔਰ ਜਦੋਂ ਇਹ ਕੰਮ ਚੱਲਿਆ ਨੀਆਂ ਦਾ, ਸੰਤ ਸਿੰਦਰਦਾਸ ਜੀ ਉਹਨਾਂ ਨੇ ਅਰਦਾਸ ਕੀਤੀ, ਆਏ ਮਹਾਰਾਜ ਰਾਮਾਨੰਦ ਜੀ ਨੇ ਧੋਤੀ ਲਾ ਲੈਣੀ, ਲੜ ਚੱਕ ਲੈਣਾ ਹਾਂਜੀ। ਤੇ ਸੇਵਾ 'ਚ ਲੜ ਜਾਣਾ। ਮੈਨੂੰ ਅੱਜ ਵੀ ਯਾਦ ਆ ਜਦੋਂ ਪਹਿਲਾ ਪਿਲਰ ਸ੍ਰੀ ਗੁਰੂ ਰਵਿਦਾਸ ਸਤਸੰਗ ਭਵਨ ਦੇ ਐਂਟਰੀ ਕਰਦੇ ਆ, ਜਿਹੜਾ ਸੱਜੇ ਪਾਸੇ ਦਾ ਅੰਦਰਲਾ ਪਿਲਰ ਆ ਉਹ ਸਭ ਤੋਂ ਪਹਿਲਾਂ ਭਰਿਆ ਸੀ ਤੇ ਉਦੋਂ ਗਰਮੀਆਂ ਦੇ ਉਹ ਦਿਨ ਸੀ। ਤੇ ਮੈਨੂੰ ਅੱਜ ਵੀ ਯਾਦ ਹੈ ਕਿ 6:30 ਵਜੇ ਸ਼ੁਰੂ ਕੀਤਾ ਸੀ ਤੇ ਤਕਰੀਬਨ 9:30 ਵਜੇ ਤੱਕ ਉਹ ਪਿਲਰ ਖੜਾ ਹੋਇਆ ਸੀ। ਹਾਂਜੀ ਕਿਤੇ ਵੀ ਅਸੀਂ ਗਏ ਆ, ਕਿਸੇ ਵੀ ਮਤਲਬ ਹਸਪਤਾਲ ਦੇ ਵਿੱਚ ਗਏ ਆ, ਚਾਹੇ ਅੱਖਾਂ ਦਾ ਹੋਵੇ, ਚਾਹੇ ਸੰਤ ਸਰਵਣਦਾਸ ਮਹਾਰਾਜ ਵਾਲਾ ਹੋਵੇ, ਚਾਹੇ ਉਹਦੀ ਛੱਤ ਦਾ ਲੈਂਟਰ ਪੈਂਦਾ ਆ, ਚਾਹੇ ਨੀਹਾਂ ਦਾ ਪੈਂਦਾ ਆ, ਸੰਤ ਰਾਮਾਨੰਦ ਇੱਕ ਸੇਵਾਦਾਰ ਦੇ ਤੌਰ ਤੇ, ਇੱਕ ਸੰਤ ਦੇ ਤੌਰ ਤੇ ਨਹੀਂ, ਸੇਵਾਦਾਰ ਦੇ ਤੌਰ ਦੇ ਉੱਤੇ, ਇੱਕ ਵਰਕਰ ਦੇ ਤੌਰ ਤੇ, ਇੱਕ ਸ਼ਰਧਾਲੂ ਦੇ ਤੌਰ ਤੇ ਉਹ ਆਪ ਇੱਕ ਐਗਜ਼ਾਮਪਲ ਹੁੰਦੇ ਸੀ ਕੰਮ ਕਰਨੇ ਦੀ। ਉਹਨਾਂ ਨੂੰ ਪਤਾ ਹੁੰਦਾ ਸੀ ਕੰਮ ਕਰਨਾ। ਪਹਿਲਾਂ ਆਪ ਕਰਦੇ ਮੈਂ ਕਈ ਵਾਰੀ ਕਹਿ ਚੁੱਕਾ। ਇੱਕ ਵਾਰ ਅਸੀਂ ਆਏ ਸੀ ਉੱਥੋਂ ਹਾਪੜ ਤੋਂ, ਹਾਂਜੀ ਸੰਤ ਵੀਰ ਸਿੰਘ ਹਤਕਾਰੀ ਦੇ ਪ੍ਰੋਗਰਾਮ ਸੀ ਬਲੰਦਪੁਰ ਸ਼ਹਿਰ, ਤੇ ਪਤਾ ਨਹੀਂ ਕਿੰਨੇ ਤੁਸੀਂ ਲਾ ਲਓ ਸੈਂਕੜੇ ਮੀਲਾਂ ਦੀ ਦੂਰੀ ਕਰਕੇ, ਤਕਰੀਬਨ ਇੱਕ ਤਰ੍ਹਾਂ ਲਾ ਲਓ 48 ਘੰਟੇ ਦਾ ਅਸੀਂ ਤੱਕ ਸਫ਼ਰ ਕੀਤਾ। ਤੇ ਜਦੋਂ ਅਸੀਂ ਹਰੀਆਬਾਦ ਆਏ, ਸੰਤ ਸਰਵਣਦਾਸ ਮਾਡਲ ਸਕੂਲ ਦਾ ਉਦੋਂ ਲੈਂਟਰ ਪੈਣ ਦੀ ਤਿਆਰੀ ਸੀ। ਮਹਾਰਾਜ ਨੇ ਦੇਖਿਆ ਲੈਂਟਰ ਨਹੀਂ ਪੈਣਾ ਤੇ ਮਹਾਰਾਜ ਉੱਥੇ ਹੀ ਰੋਕਾ। ਮੈਂ ਅੱਗੇ ਵੀ ਇਹ ਗੱਲ ਕਹੀ ਸੀ ਕਿ ਇੱਕ ਨੂੰ ਪਕੌੜੇ ਲੈਣ ਭੇਜ ਦਿੱਤਾ, ਮੈਨੂੰ ਕਿਹਾ ਵੀ ਏਦਾਂ ਨੇ ਏਦਾਂ ਕਰਕੇ ਪ੍ਰੀਤ ਦੇ ਪਕੌੜਿਆਂ ਦਾ ਪ੍ਰਬੰਧ ਕਰਨਾ। ਮਤਲਬ ਕਿ ਉਹ ਇਹ ਨਹੀਂ ਸੀ ਦੇਖਦੇ ਕਿ ਮੈਂ ਸੰਤ ਆ, ਇਹ ਨਹੀਂ ਸੀ ਦੇਖਦੇ ਕਿ ਮੈਂ ਕਿੱਥੋਂ ਆਇਆ, ਇਹ ਨਹੀਂ ਸੀ ਦੇਖਦੇ ਕਿ ਮੈਂ ਕੱਪੜੇ ਕਿਹੜੇ ਪਾਏ ਹੋਆ। ਬਸ ਉਹਨਾਂ ਦੇ ਦਿਲ 'ਚ ਇੱਕ ਧੁਨ ਹੁੰਦੀ ਸੀ ਕਿ ਮੈਂ ਇਸ ਜ਼ਿੰਦਗੀ ਦੇ ਵਿੱਚ ਡੇਰਾ ਸੱਚਖੰਡ ਬੱਲਾ ਦੇ ਸੇਵਾਦਾਰ ਦੇ ਤੌਰ ਤੇ ਜੁੜਿਆ ਆ, ਮੇਰਾ ਫਰਜ਼ ਬਣਦਾ ਮੈਂ ਸੇਵਾ ਕਰਨੀ ਆ। ਔਰ ਆਪਾਂ ਤਾਂ ਉਹਨਾਂ ਨੂੰ ਸੇਵਾ ਕਰਦੇ ਹੀ ਦੇਖਿਆ। ਸੋ ਸੰਤ ਨੰਜਨ ਦਾਸ ਮਹਾਰਾਜ ਦੇ ਨਾਲ ਉਹਨਾਂ ਦਾ ਪਿਆਰ ਅਥਾਹ ਪਿਆਰ ਸੀ। ਇਹ ਸਾਰੀ ਜਿਹੜੀ ਡਿਵੈਲਪਮੈਂਟ ਆ ਇਹ ਅਥਾਹ ਪਿਆਰ ਦਾ ਹੀ ਇੱਕ ਨਮੂਨਾ ਆ। ਤੁਹਾਡੀ ਗੱਲ ਦੇ ਨਾਲ ਨਾਲ ਮੈਂ ਵੀ ਇੱਕ ਆਪਣੀ ਗੱਲ ਦੱਸਣੀ ਚਾਹੁੰਦਾ ਸੰਗਤਾਂ ਨੂੰ ਵੀ ਜਿੱਦਾਂ ਮਹਾਰਾਜ ਦੱਸਦੇ ਹੁੰਦੇ ਆਪਣੇ ਪ੍ਰਿੰਸੀਪਲ ਜੀ ਵੀ ਸੰਤ ਰਾਮਾਨੰਦ ਇੱਕ ਸੇਵਾਦਾਰ ਦੇ ਤੌਰ ਤੇ ਵਿਚਰੇ ਸੰਗਤਾਂ ਵਿੱਚ, ਕਿਉਂਕਿ ਦਾਸ ਨੂੰ ਵੀ ਉਹਨਾਂ ਦੀ ਸੰਗਤ ਕਰਨ ਦਾ ਬਹੁਤ ਮੌਕਾ ਮਿਲਿਆ। ਇੱਕ ਵਾਰੀ ਅਸੀਂ ਭਰਤੀ ਪਾ ਰਹੇ ਸੀ ਜਿੱਥੇ ਆਪਣੇ ਸਤਿਗੁਰੂ ਗਰੀਬਦਾਸ ਮਹਾਰਾਜ ਤਾਂ ਅਮਰਸ਼ੀ ਸੰਤ ਰਾਮਾਨੰਦ ਗੀਠਾ ਸਾਹਿਬ ਆ, ਤੇ ਟਰਾਲੀਆਂ ਮਿੱਟੀ ਦੀਆਂ ਭਰਤੀਆਂ ਲੈ ਕੇ ਆ ਰਹੇ ਸੀ ਤੇ 2:30-3 ਦਾ ਟਾਈਮ ਹੋ ਗਿਆ ਸੀਗਾ। ਤੇ ਸਾਨੂੰ ਕਹਿੰਦੇ ਮਹਾਰਾਜ ਵੀ ਤੁਸੀਂ ਇਦਾਂ ਕਰੋ ਮਨਜੀਤ ਜਾਓ ਵੀ ਲੰਗਰ ਪਾਣੀ ਛਕਿਆਓ। ਤੇ ਅਸੀਂ ਕਿਹਾ ਮਹਾਰਾਜ ਵੀ ਅਸੀਂ ਟਰਾਲੀ ਲਾ ਕੇ ਜਾਂਦੇ ਆ। ਕਹਿੰਦੇ ਵੀ ਟਰਾਲੀ ਅਸੀਂ ਕੋਈ ਨਹੀਂ ਲਾ ਲੈਂਦੇ, ਤੁਸੀਂ ਜਾਓ। ਨਹੀਂ ਅਸੀਂ ਜਦ ਕਹਿੰਦੇ ਮਹਾਰਾਜ ਟਰਾਲੀ ਲਾ ਕੇ ਜਾਂਦੇ ਆ ਵੀ ਤੁਸੀਂ ਰਹਿਣ ਦਿਓ। ਨਹੀਂ ਕਹਿੰਦਾ ਟਾਈਮ ਬਹੁਤ ਹੋ ਗਿਆ ਵੀ ਲੰਗਰ ਤੁਸੀਂ ਛਕਿਆਓ ਤੇ ਅਸੀਂ ਟਰਾਲੀ ਲਾਉਂਦੇ ਆ। ਤੇ ਟਰਾਲੀ ਆਪ ਲਾਉਣ ਲੱਗ ਪਏ ਹੱਥੀ, ਜਾਂ ਨੂੰ 5-7 ਬਲੈਤੀਏ ਆ ਗਏ, ਕਈ ਫੜ ਕੇ ਟਰਾਲੀ 'ਚ ਲਾਉਂਦੇ ਦੇਖਿਆ ਥੋੜੀ ਮਿੱਟੀ ਮਹਾਰਾਜ ਨੇ ਉਤਾਰਤੀ। ਤੇ ਉਹ ਕਹਿੰਦੇ ਮਹਾਰਾਜ ਤੁਸੀਂ ਕੀ ਆ ਕਰਦੇ ਆ? ਬਲੈਤੀਏ ਕਹਿਣ ਲੱਗ ਪਏ। ਕਹਿੰਦੇ ਵੀ ਸੇਵਾ ਕਰਦੇ ਆ। ਕਹਿੰਦੇ ਕਿ ਲਿਆਓ ਮਹਾਰਾਜ ਅਸੀਂ ਕਰਦੇ, ਤੁਸੀਂ ਕਰ ਸਕਦੇ ਆ ਤੇ ਅਸੀਂ ਵੀ ਕਰ ਸਕਦੇ ਆ। ਮਹਾਰਾਜ ਨੇ ਕਹਿੰਦੇ ਉਹਨਾਂ ਨੇ ਫਿਰ ਮਹਾਰਾਜ ਮੈਂ ਉਹਦੇ ਜਾ ਹੀ ਰਹੇ ਸੀ ਅਸੀਂ। ਤੇ ਮਹਾਰਾਜ ਕਹਿੰਦੇ ਭਰਾਵੋ ਅਸੀਂ ਇਹੀ ਚਾਹੁੰਦੇ ਸੀ ਵੀ ਆ ਕੇ ਕੋਈ ਹੋਰ ਕਰੇ ਵੀ ਕਾਰਜ ਰੁਕੇ ਨਾ ਸਾਡਾ। ਤੇ ਇਹੋ ਜਿਹੇ ਮਹਾਂਪੁਰਸ਼ ਸੀਗੇ ਤਾਂ ਉਹਨਾਂ ਦੇ ਜਾਣ ਕੇ ਬਹੁਤ ਹੀ ਲਗਨ ਸੀ ਡੇਰੇ ਦੇ ਕਾਰਜਾਂ ਬਾਰੇ, ਬਨਾਰਸ ਬਾਰੇ। ਜਾਣ ਕੇ ਬਨਾਰਸ ਵੀ ਜਦੋਂ ਜਾਂਦੇ ਸੀਗੇ ਤਾਂ ਉੱਥੇ ਦੇ ਬੱਚਿਆਂ ਨੂੰ ਵੀ ਚਾਅ ਚੜ ਜਾਂਦਾ ਸੀ। ਜਦੋਂ ਰਾਮਾਨੰਦ ਮਹਾਰਾਜ ਆਉਂਦੇ ਸੀ ਤਾਂ ਮਹਾਰਾਜ ਨੇ ਮਠਿਆਈਆਂ ਲਿਆਉਣੀਆਂ, ਉਹਨਾਂ ਦੇ ਨਹਾਉਣਾ ਧਲਾਉਣਾ ਹੱਥੀਂ, ਤਾਂ ਉਹਨਾਂ ਨੂੰ ਤਿਆਰ ਕਰਨਾ ਮਹਾਰਾਜ ਨੇ। ਤੇ ਇਹ ਮਹਾਰਾਜ ਦਾ ਤਾਂ ਬਹੁਤ ਹੀ ਦੇਖਿਆ ਸੀ ਵੀ, ਤਾਂ ਉਹਨਾਂ ਦਾ ਪਿਆਰ ਲਗਨ, ਲੋਕਾਂ ਨਾਲ ਵੀ ਲਗਨ, ਬੱਚਿਆਂ ਨਾਲ ਲਗਨ ਬਹੁਤ ਸੀ ਵੀ ਸਾਡੇ ਬੱਚੇ ਜਿਹੜੇ ਸੀ ਜੋੜੀਏ ਨਾਲ ਆਪਣੇ ਗੁਰੂ ਰਵਿਦਾਸ ਮਹਾਰਾਜ ਨੂੰ ਜਕਵਾਰੇ ਲਾਉਂਦੇ ਸੀ। ਜਦੋਂ ਬਨਾਰਸ ਜਾਂਦੇ ਸੀ ਬੱਚਿਆਂ ਨੂੰ ਚਾਅ ਚੜ੍ਹਦਾ ਸੀ। ਤਾਂ ਇਸ ਦੇ ਨਾਲ ਹੁਣ ਮੈਂ ਇੱਕ ਪ੍ਰਿੰਸੀਪਲ ਜੀ ਅਗਲਾ ਪ੍ਰਸ਼ਨ ਕਰਨਾ ਚਾਹੁੰਦਾ। ਪ੍ਰਿੰਸੀਪਲ ਸਾਹਿਬ ਜੀ ਇੱਕ ਗੱਲ ਦੱਸਿਓ ਵੀ ਜਿਹੜਾ ਅਮਰਸ਼ੀਰ ਸੰਤ ਰਾਮਾਨੰਦ ਮਹਾਰਾਜ ਬਿਆਨਾ ਗਏ ਆ, ਉਹਨਾਂ ਦਾ ਗੋਲੀ ਚੱਲਣ ਦਾ ਮੁੱਖ ਕਾਰਨ ਕੀ ਸੀਗਾ? ਕਿ ਉਹ ਮਨ ਵਿਰੋਧੀਆਂ ਜਿਹੜਾ ਗੋਲੀ ਕਿਉਂ ਚਲਾਈ ਆ? ਤੇ ਉਹ ਇੱਕ ਜਾਣੀ ਕਿ ਕ੍ਰਾਂਤੀਕਾਰੀ ਸੰਤ ਅਸੀਂ ਸਮਝਦੇ ਉਹਨਾਂ ਨੂੰ ਵੀ ਇਹਨਾਂ ਦੀ ਜਾਣੀ ਕਿ ਗੋਲੀ ਚਲਾਉਣ ਦਾ ਮੁੱਖ ਕਾਰਨ ਕੀ ਸੀਗਾ? ਮਨਜੀਤ ਜੀ ਜਿੱਦਾਂ ਕਿ ਤੁਸੀਂ ਪ੍ਰਸ਼ਨ ਕੀਤਾ ਆ, ਸੰਤ ਰਾਮਾਨੰਦ ਮਹਾਰਾਜ ਜੀ ਦੀ ਵਿਰੋਧੀਆਂ ਨੇ ਹੱਤਿਆ ਕਿਉਂ ਕੀਤੀ? ਹਾਂਜੀ ਦੇਖੋ, ਕੋਈ ਵੀ ਜੀਵ ਜਿਹੜਾ ਵਿਚਰਦਾ ਆ ਉਹਦੇ ਜੀਵਨ ਦਾ ਕੋਈ ਮਕਸਦ ਹੁੰਦਾ ਆ। ਹਾਂਜੀ ਜਦੋਂ ਕੋਈ ਆਪਣੇ ਮਕਸਦ ਦੇ ਨੇੜੇ ਪਹੁੰਚਦਾ ਆ ਹਾਂਜੀ ਤੇ ਉਹਦੇ ਜਿਹੜੇ
ਹਾਮੀ ਹੁੰਦੇ ਆ, ਉਹਨਾਂ ਨੂੰ ਖੁਸ਼ੀ ਹੁੰਦੀ ਆ, ਹਾਂਜੀ ਉਹਨਾਂ 'ਚ ਖੁਸ਼ੀ ਦੀ ਲਹਿਰ ਜਾਂਦੀ ਆ। ਹਾਂਜੀ ਜਿਹੜੇ ਉਹਨਾਂ ਗਤੀਵਿਧੀਆਂ ਤੋਂ ਨਾਰਾਜ਼ ਹੁੰਦੇ ਆ, ਜਾਂ ਜਿਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਇਹ ਜਿਹੜੇ ਇਹ ਇਸ ਮਹਾਪੁਰਸ਼ ਦੀ ਗਤੀਵਿਧੀਆਂ ਸਾਡੇ ਲਈ ਨੁਕਸਾਨਦੇਹ ਆ, ਹਾਂਜੀ ਉਹਨਾਂ ਨੂੰ ਤਕਲੀਫ ਹੁੰਦੀ ਆ। ਹਾਂਜੀ ਮੈਂ ਇੱਥੇ ਇਹ ਗੱਲ ਕਹਿਣੀ ਚਾਹੁੰਦਾ ਕਿ ਸੰਤ ਰਾਮਾਨੰਦ ਬਹੁਤ ਵੱਡੇ, ਜਿਵੇਂ ਇਹਨੂੰ ਜਰਾ ਪ੍ਰਭਾਵ ਨਾਲ ਕਹਾਂ ਕਿ ਬਹੁਤ ਵੱਡੇ ਕ੍ਰਾਂਤੀਕਾਰੀ ਸੀ। ਕ੍ਰਾਂਤੀਕਾਰੀ ਸੰਤ ਸਨ। ਉਹਨਾਂ ਨੇ ਭਾਰਤ ਦੇ ਇਤਿਹਾਸ ਨੂੰ ਪੜ੍ਹਿਆ, ਹਾਂਜੀ ਉਹਨਾਂ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨੂੰ ਪੜ੍ਹਿਆ, ਵਿਚਾਰ ਉਹਨਾਂ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਹਾਲਾਤਾਂ ਨੂੰ ਵਿਚਾਰਿਆ, ਅੱਜ ਦੇ ਹਾਲਾਤਾਂ ਨੂੰ ਵਿਚਾਰਿਆ। ਹਾਂਜੀ ਉਹ ਇਸ ਨਤੀਜੇ ਤੇ ਪਹੁੰਚੇ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਜੋ ਚਾਹੁੰਦੇ ਸਨ, ਸੰਤ ਪਿੱਪਲਦਾਸ ਜੀ ਮਹਾਰਾਜ ਜੋ ਚਾਹੁੰਦੇ ਸਨ, ਹਾਂਜੀ ਸੰਤ ਸਰਵਣਦਾਸ ਜੀ ਜੋ ਚਾਹੁੰਦੇ ਸਨ, ਸੰਤ ਹਰੀਦਾਸ ਮਹਾਰਾਜ ਜੀ ਜੋ ਚਾਹੁੰਦੇ ਸਨ, ਸੰਤ ਗਰੀਬਦਾਸ ਮਹਾਰਾਜ ਜੀ ਜੋ ਚਾਹੁੰਦੇ ਸਨ, ਸੰਤ ਨਿਰੰਜਨ ਦਾਸ ਮਹਾਰਾਜ ਜੀ ਜੋ ਚਾਹੁੰਦੇ ਆ, ਉਹ ਇੱਕੋ ਹੀ ਸੀ ਕਿ ਸਾਡੀਆਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੀਆਂ ਸਿੱਖਿਆਵਾਂ ਨਾਲ ਜੋੜਿਆ ਜਾਵੇ। ਜਾਵੇ ਜੇ ਮੈਂ ਥੋੜਾ ਜਿਹਾ ਸਹੀ ਗੱਲ ਕਰਾਂ, ਸਾਡੀ ਕੌਮ ਨੂੰ ਪਹਿਲਾਂ ਹਿੰਦੂ ਵਰਤਦੇ ਰਹੇ ਆਪਣੇ ਸਵਾਰਥ ਲਈ, ਹਾਂਜੀ ਡਟ ਕੇ ਵਰਤਿਆ ਉਹਨਾਂ ਨੇ। ਹਾਂਜੀ ਹਾਂਜੀ ਉਹਦੇ ਬਾਅਦ ਜਿਹੜੀ ਸਾਂਝੀ ਵਾਲਤਾ ਗੁਰੂ ਅਰਜਨ ਦੇਵ ਜੀ ਨੇ ਹਾਂਜੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਰਕੇ ਲਿਆਂਦੀ, ਉਹ ਸਾਂਝੀ ਵਾਲਤਾ ਹੀ ਸਾਨੂੰ ਨੁਕਸਾਨ ਪਹੁੰਚਾ ਗਈ, ਉਹ ਸਾਡਾ ਵਿਅਕਤਿਤਵ ਖਾ ਗਈ। ਜਦੋਂ ਸਾਡੀ ਕੌਮ ਦੇ ਵਿੱਚ ਏਕਾ ਆਣਾ ਸ਼ੁਰੂ ਹੋਇਆ, ਜਦੋਂ ਸੰਤ ਰਾਮਾਨੰਦ ਜੀ ਦੇ ਪ੍ਰਚਾਰ ਸਦਕਾ, ਉਹਨਾਂ ਦੀ ਬਾਣੀ ਸਦਕਾ, ਉਹਨਾਂ ਦੇ ਬਚਨਾਂ ਸਦਕਾ, ਉਹਨਾਂ ਦੇ ਕੀਰਤਨ ਸਦਕਾ, ਉਹਨਾਂ ਦੇ ਵਿਚਾਰਾਂ ਦੇ ਸਦਕਾ ਸਾਡੀ ਕੌਮ ਵਿੱਚ ਏਕਤਾ ਆਣੀ ਸ਼ੁਰੂ ਹੋਈ। ਕਹਿੰਦੇ ਜਦੋਂ ਦਿਨ ਚੜ੍ਹਦਾ, ਹਾਂਜੀ ਤਕਲੀਫ ਕਿਹਨੂੰ ਹੁੰਦੀ ਆ? ਉੱਲੂਆਂ ਨੂੰ ਤਕਲੀਫ ਹੁੰਦੀ ਆ। ਖੁਸ਼ੀ ਕਿਹਨੂੰ ਹੁੰਦੀ ਆ? ਦੁੱਖ ਕਿਹਨੂੰ ਹੁੰਦਾ? ਇਹਦੇ ਉਲਟ ਸਮਝ ਲਓ। ਹਾਂਜੀ ਸੋ ਜਦੋਂ ਉਹਨਾਂ ਨੇ ਦੇਖਿਆ ਕਿ ਅੱਜ ਸ੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਇੱਕ ਪਲੇਟਫਾਰਮ ਤੇ, ਬੱਲਾ ਨਾਂ ਦੇ ਪਲੇਟਫਾਰਮ ਤੇ ਇਕੱਠੀਆਂ ਹੋਣ ਲੱਗੀਆਂ, ਇਹ ਕੱਲ ਨੂੰ ਰਾਜਨੀਤਿਕ ਹੱਕ ਮੰਗਣਗੀਆਂ, ਇਹ ਕੱਲ ਨੂੰ ਧਾਰਮਿਕ ਹੱਕ ਮੰਗਣਗੀਆਂ, ਕੱਲ ਨੂੰ ਸਮਾਜ ਦੇ ਵਿੱਚ ਸਿਰ ਉੱਚਾ ਚੱਕ ਕੇ ਤੁਰਨਗੀਆਂ ਜਾਂ ਤੁਰਨ ਲੱਗ ਪਈਆਂ, ਹਾਂਜੀ ਤਾਂ ਉਹਨਾਂ ਦੇ ਨਿਗਾਹ ਦੇ ਵਿੱਚ ਸੰਤ ਰਾਮਾਨੰਦ ਜੀ ਖੜਕਣ ਲੱਗ ਪਏ, ਕਿਉਂਕਿ ਉਹਨਾਂ ਨੂੰ ਪਤਾ ਸੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਦਾ ਇਤਿਹਾਸ ਅਸੀਂ ਤਹਿਸ ਨਹਿਸ ਕਰ ਦਿੱਤਾ, ਵਿਦਵਾਨਾਂ ਤੋਂ ਤਹਿਸ ਨਹਿਸ ਕਰਾਤਾ। ਸੰਤ ਰਾਮਾਨੰਦ ਜੀ ਨੇ ਇਤਿਹਾਸਕਾਰ ਪੈਦਾ ਕੀਤੇ, ਇਤਿਹਾਸ ਬਣਾਇਆ, ਮੈਡਲ ਦਿੱਤੇ, ਗੋਲਡ ਮੈਡਲ ਦਿੱਤੇ। ਸੰਤ ਰਾਮਾਨੰਦ ਜੀ ਦੀ ਇਹ ਜਿਹੜੀ ਵਿਚਾਰਧਾਰਾ, ਇਹ ਵਿਰੋਧੀਆਂ ਨੂੰ ਚੰਗੀ ਨਹੀਂ ਲੱਗੀ। ਇਹਦੇ ਵਿੱਚ ਦੋ ਰਾਵਾਂ ਨਹੀਂ ਕਿ ਬੇਸ਼ੱਕ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਆ, ਚਾਹੇ ਭਗਤਾਂ ਦੇ ਨਾਂ ਦੇ ਵਿੱਚ ਦਰਜ ਆ, ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਸੇ ਨੂੰ ਗੁਰੂ ਦਾ ਦਰਜਾ ਨਹੀਂ ਦਿੱਤਾ, ਪਰ ਅਖੌਤੀਆਂ ਨੇ ਉਹਨਾਂ ਪਹਿਲੇ ਗੁਰੂਆਂ ਨੂੰ ਗੁਰੂ ਕਹਿਣਾ, ਜਿਹੜੇ ਸਿੱਖ ਧਰਮ ਦੇ ਮਹਾਂਪੁਰਸ਼ ਉਹਨਾਂ ਨੂੰ ਗੁਰੂ ਕਹਿਣਾ, ਔਰ ਇਹਨਾਂ ਨੂੰ ਭਗਤ ਕਹਿਣਾ। ਇੱਕ ਹੁੰਦਾ ਭਗਤ ਕਹਿਣਾ, ਇੱਕ ਹੁੰਦਾ ਟਾਉਂਟਿੰਗ ਵੇਰਾ ਕਹਿਣਾ। ਟਿਊਨਿੰਗ ਜਾਨੀ ਕਿ ਹੋਰ ਹੁੰਦੀ ਸੀ ਉਹਨਾਂ ਦੀ ਜਿਹੜੀ ਗੱਲ ਕਰਨੇ ਦੀ ਟਿਊਨਿੰਗ ਹੋਰ ਸੀ। ਇਹ ਜਿਹੜੀ ਟਿਊਨਿੰਗ ਸੀ, ਇਹ ਮਹਾਰਾਜ ਰਾਮਾਨੰਦ ਜੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਸੀ। ਇਸ ਕਰਕੇ ਉਹਨਾਂ ਨੇ ਤਹਈਆ ਕੀਤਾ ਸੀ, ਮੈਂ ਜੀਂਦੇ ਜੀ ਆਪਣੀ ਸੰਗਤ ਨੂੰ, ਸਤਿਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਨੂੰ ਇਕੱਤਰ ਕਰਕੇ ਰਹੂੰਗਾ। ਔਰ ਉਹਨਾਂ ਨੇ ਜਿਹੜਾ ਯੋਗਦਾਨ ਸਾਡੇ ਸਮਾਜ ਨੂੰ, ਬੇਸ਼ੱਕ ਸਾਡਾ ਸਮਾਜ ਅੱਜ ਵੀ ਵਿਖਰਿਆ ਆ, ਪਰ ਸੰਗਤਾਂ ਨੂੰ ਕਿਤੇ ਨਾ ਕਿਤੇ ਇਹ ਪਤਾ ਆ ਵੀ ਜੋ ਰੋਲ
ਸੰਤ ਰਾਮਾਨੰਦ ਜੀ ਨਿਭਾ ਗਏ ਆ, ਇਹ ਕਿਸੇ ਤੋਂ ਨਿਭਾਇਆ ਨਹੀਂ ਜਾਣਾ। ਗੱਲਾਂ ਜਿਹੜੀਆਂ ਬਹੁਤ ਕੀਤੀਆਂ ਜਾਂਦੀਆਂ ਆ, ਬਹੁਤ ਬੜੇ ਬੜੇ ਦਮ ਗਜੇ ਮਾਰੇ ਜਾਂਦੇ ਆ, ਕਈ ਲੋਕ ਬਹੁਤ ਵੱਡਾ ਵੱਡਾ ਆਪਣਾ ਵਿਖਿਆਨ ਵੀ ਕਰਦੇ ਆ। ਸੰਤ ਰਾਮਾਨੰਦ ਇੱਕ ਉਹ ਚਾਨਣ ਮਨਾਰਾ ਸੀ ਜਿਹਦੇ ਅੱਗੇ ਆਮ ਲੋਕਾਂ ਦੇ ਕੀਤੇ ਕੰਮ ਜਿਹੜੇ ਆ ਉਹ ਮੱਧਮ ਪੈ ਜਾਂਦੇ ਆ। ਸੰਤ ਰਾਮਾਨੰਦ ਜੀ ਦੇ ਕੰਮ, ਸੰਤ ਰਾਮਾਨੰਦ ਜੀ ਦੀਆਂ ਡੇਲੀ ਕਿਰਿਆਵਾਂ, ਸੰਤ ਰਾਮਾਨੰਦ ਦਾ ਗਿਆਨ, ਸੰਤ ਰਾਮਾਨੰਦ ਦੇ ਕੀਰਤਨ ਇੱਕ ਕ੍ਰਾਂਤੀ ਦੀ ਖੁਸ਼ਬੂ ਦਿੰਦੇ ਸੀ। ਇਹ ਕ੍ਰਾਂਤੀ ਦੀ ਖੁਸ਼ਬੂ, ਇਹ ਲੋਕਾਂ ਨੂੰ ਇਕੱਤਰ ਕਰਨੇ ਦੀ ਖੁਸ਼ਬੂ, ਲੋਕਾਂ ਨੂੰ ਧਾਰਮਿਕ ਤੌਰ ਤੇ ਸੁਚੇਤ ਕਰਨੇ ਦੀ ਖੁਸ਼ਬੂ, ਲੋਕਾਂ ਵਿੱਚ ਜੋ ਬੋਲੇ ਸੋ ਨਿਰਭੈ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਕੀ ਜੈ, ਇਹ ਗੱਲ ਕਹਿ ਕੇ ਉਹਨਾਂ 'ਚ ਨਿਡਰਤਾ ਪੈਦਾ ਕਰਨੀ, ਨਿਰਭੈਤਾ ਪੈਦਾ ਕਰਨੀ, ਇਹ ਵਿਰੋਧੀਆਂ ਨੂੰ ਚੰਗੀ ਨਹੀਂ ਲੱਗੀ। ਬਸ ਉਹਨਾਂ ਦੇ ਸਮਝ ਲਓ ਉਹ ਇੱਕ ਬਹਾਨਾ ਲੱਭ ਰਹੇ ਸੀ, ਕਦੀ ਕੋਈ ਬਹਾਨਾ, ਕਦੀ ਕੋਈ ਬਹਾਨਾ। ਇਸ ਬਹਾਨੇ ਦੀ ਤਹਿਤ ਉਹਨਾਂ ਦੇ ਪਾਏ ਇਸ ਅਖੰਡ ਯੋਗਦਾਨ ਨੂੰ ਦੇਖਦਿਆਂ ਮਾਨਵਤਾਵਾਦੀ ਜਿਹੜੇ ਮਾਨਵਤਾਵਾਦ ਦਾ ਵਿਰੋਧ ਕਰਨ ਵਾਲੇ ਸੀ, ਉਹਨਾਂ ਨੇ ਮਹਾਰਾਜ ਜੀ ਨੂੰ ਇਸ ਧਰਾਤਲ ਤੋਂ, ਇਸ ਦੁਨੀਆ ਤੋਂ ਸਮਾਪਤ ਕਰਨੇ ਦਾ ਭਰਪੂਰ ਕੋਸ਼ਿਸ਼ ਕੀਤੀ, ਜਿਹਦੇ ਤਹਿਤ ਮੌਜੂਦਾ ਗੱਦੀਨਸ਼ੀਨ ਸਾਡੇ ਰੱਬ ਜੀ ਸੰਤ ਨਿਰੰਜਨ ਦਾਸ ਜੀ ਮਹਾਰਾਜ ਜ਼ਖਮੀ ਹੋਏ। ਔਰ ਸੰਤ ਨਿਰੰਜਨ ਦਾਸ ਮਹਾਰਾਜ ਜ਼ਖਮੀ ਹੁੰਦਿਆਂ ਹੋਇਆਂ ਵੀ ਸੰਗਤਾਂ ਨੂੰ ਇਹ ਕਹਿੰਦੇ ਰਹੇ, ਕਹਿੰਦੇ ਇਹਨਾਂ ਨੂੰ ਕਿਉਂ ਨਾ ਕੁਛ ਵੀ, ਇਹਨਾਂ ਨੂੰ ਕਿਉਂ ਨਾ ਕੁਛ ਵੀ। ਮੇਰੇ ਕੋਲ ਰਿਕਾਰਡ ਆ, ਜਦੋਂ ਸੰਤ ਰਾਮਾਨੰਦ ਜੀ ਦੇ ਉੱਤੇ ਅਥਾਹ ਗੋਲੀਆਂ ਚੱਲੀਆਂ, ਜਦੋਂ ਸੰਤ ਰਾਮਾਨੰਦ ਮਹਾਰਾਜ ਜੀ ਨੂੰ ਹਸਪਤਾਲ ਲਗਾਇਆ ਗਿਆ ਤੇ ਸੰਤ ਨਿਰੰਜਨ ਦਾਸ ਮਹਾਰਾਜ ਜੀ ਨੂੰ ਹਸਪਤਾਲ ਲਿਜਾਇਆ ਗਿਆ, ਤੇ ਸੰਤ ਨਿਰੰਜਨ ਦਾਸ ਮਹਾਰਾਜ ਨੇ 3 ਵਾਰੀ ਪੁੱਛਿਆ, 4 ਵਾਰੀ, ਕਹਿੰਦੇ ਸੰਤ ਰਾਮਾਨੰਦ ਕਿੱਥੇ ਆ, ਸੰਤ ਰਾਮਾਨੰਦ ਦੀ ਸਿਹਤ ਕਿੱਦਾਂ, ਸੰਤ ਰਾਮਾਨੰਦ ਕਿਹੜੇ ਹਸਪਤਾਲ ਹੈ, ਮੈਨੂੰ ਮਿਲਾਓ। ਇਹ ਉਹਨਾਂ ਦਾ ਇੱਕ ਕ੍ਰਾਂਤੀਕਾਰੀ ਯੋਗਦਾਨ ਸੀ। ਉਹਨਾਂ ਨੇ ਡੇਰਾ ਸੱਚਖੰਡ ਬੱਲਾ ਨੂੰ ਵਰਲਡ ਦੇ ਵਿੱਚ ਘਰ ਘਰ ਪਹੁੰਚਾਇਆ। ਇਹ ਸੰਤ ਰਾਮਾਨੰਦ ਦੀ ਹਿੰਮਤ ਆ, ਨਹੀਂ ਤਾਂ ਪੰਜਾਬ ਪੂਰਾ ਸਾਧੂ ਸੰਤਾਂ ਨਾਲ ਭਰਿਆ ਪਿਆ। ਸਾਧੂ ਸੰਤ ਕਿਤੇ ਘੱਟ ਆ, ਸਾਰੇ ਸਾਧੂ ਸੰਤ ਆਪਣਾ ਯੋਗਦਾਨ ਪਾ ਰਹੇ ਆ। ਕਹਿੰਦੇ ਹੁੰਦੇ ਆ ਯੋਗਦਾਨ ਤੋਂ ਹੀ ਹੁੰਦਾ ਜਿਹੜਾ ਯੋਗਦਾਨ ਸਵੀਕਾਰ ਹੋਵੇ, ਜਿਹੜਾ ਯੋਗਦਾਨ ਲੋਕਾਂ ਦੀ ਰਚਨਾ ਤੇ ਹੋਵੇ, ਜਿਹੜੇ ਯੋਗਦਾਨ ਨੂੰ ਲੋਕ ਸਰਾਹੁਣ। ਸੰਤ ਰਾਮਾਨੰਦ ਇੱਕ ਉਹ ਕ੍ਰਾਂਤੀਕਾਰੀ ਯੋਧਾ ਸੀ। ਮੇਰਾ ਮਨ ਜਿਹੜਾ ਉਹ ਭਾਵਕ ਹੁੰਦਾ ਜਾਂਦਾ, ਪਰ ਮੈਂ ਭਾਵਕ ਨਹੀਂ ਹੋਣਾ ਚਾਹੁੰਦਾ, ਕਿਉਂਕਿ ਉਹਨਾਂ ਦੀ ਕੁਰਬਾਨੀ ਨੇ, ਉਹਨਾਂ ਦੇ ਯੋਗਦਾਨ ਨੇ ਸਾਡੀਆਂ ਰਗਾਂ ਦੇ ਵਿੱਚ ਇੱਕ ਖੂਨ ਭਰਿਆ, ਇਨਕਲਾਬੀ ਖੂਨ ਭਰਤਾ, ਇੱਕ ਇਨਕਲਾਬੀ ਖੂਨ ਭਰਿਆ। ਅੱਜ ਸਾਡੇ ਜਿਹੜੇ ਰਵਿਦਾਸੀਏ ਯੋਧੇ ਆ ਜਾਂ ਜਿਹੜੇ ਰਵਿਦਾਸੀਆ ਕੌਮ ਦੇ ਬੰਦੇ ਆ, ਉਹ ਘੱਟੋ ਘੱਟ ਇੱਕ ਗੱਲ ਤਾਂ ਮਹਿਸੂਸ ਕਰਦੇ ਆ ਕਿ ਤੁਸੀਂ ਜਿਹੜੇ ਮਰਜ਼ੀ ਪਲੇਟਫਾਰਮ ਤੇ ਚਲੇ ਜਾਓ, ਹਿੰਦੂਆਂ ਦੇ ਤੇ ਚਲੇ ਜਾਓ, ਸਿੱਖਾਂ ਦੇ ਤੇ ਚਲੇ ਜਾਓ, ਕਈ ਹੋਰ ਵੀ ਤੁਰੇ ਫਿਰਦੇ ਆ ਨੀਲੀਆਂ ਪੀੜੀਆਂ ਬੰਨ ਕੇ, ਉੱਧਰ ਵੀ ਚਲੇ ਜਾਓ, ਤੁਹਾਨੂੰ ਜੋ ਸੁੱਖ ਛੱਜੂ ਦੇ ਚਵਾਰੇ ਉਹਨਾਂ ਬਲਖ ਨਾ ਬੁਖਾਰੇ, ਜੋ ਸਤਿਕਾਰ ਡੇਰਾ ਸੱਚਖੰਡ ਬੱਲਾ ਦੇ ਦੁਆਰੇ ਤੇ, ਜਾਂ ਜੋ ਸਤਿਕਾਰ ਡੇਰਾ ਸੱਚਖੰਡ ਬੱਲਾ ਨੇ ਸਮਾਜ ਨੂੰ ਆਪਣੇ ਹਿੱਕ ਦੇ ਨਾਲ ਲਾ ਕੇ ਦਿੱਤਾ, ਉਹ ਕਿਤੇ ਨਹੀਂ ਮਿਲਣਾ। ਸੋ ਸੰਤ ਰਾਮਾਨੰਦ ਮਹਾਰਾਜ ਨੇ ਜਿਹੜਾ ਸਾਨੂੰ ਇਕੱਠੇ ਕਰਨੇ ਦੇ ਲਈ, ਸਾਡਾ ਜੀਵਨ ਸੁਧਾਰਨੇ ਦੇ ਲਈ, ਜੀਵਨ ਸਵਾਰਨੇ ਦੇ ਲਈ, ਸਾਡੀ ਤਰੱਕੀ ਦੇ ਲਈ ਸਾਡਾ ਮਾਰਗ ਦਰਸ਼ਨ ਕੀਤਾ, ਇਹ ਵਿਰੋਧੀਆਂ ਨੂੰ ਚੁੱਭਦਾ ਸੀ। ਇਸੇ ਕਰਕੇ ਉਹਨਾਂ ਨੇ ਇਹਨਾਂ ਸਾਡੇ ਮਹਾਨ ਮਹਾਂਪੁਰਸ਼ਾਂ ਨੂੰ ਖਾਮੋਸ਼ ਕਰਨੇ ਦੇ ਲਈ ਗੋਲੀ ਦਾ ਸਹਾਰਾ ਲਿਆ, ਕਿਉਂਕਿ ਉਹ ਸੰਤ ਰਾਮਾਨੰਦ ਮਹਾਰਾਜ ਦੇ ਪਾਏ ਯੋਗਦਾਨ ਦੇ ਮੋਹਰੇ ਕਿਤੇ ਟਿਕ ਨਹੀਂ ਸੀ ਸਕਦੇ। ਸੰਤ ਰਾਮਾਨੰਦ ਮਹਾਰਾਜ ਦੀਆਂ ਦਲੀਲਾਂ ਦੇ ਵਿੱਚ ਵਜਨ ਸੀ, ਜਿਹੜੇ ਇਹ ਮਾਨਵਤਾ ਵਿਰੋਧੀ ਉਹਨਾਂ ਦੇ ਦਲੀਲਾਂ ਦਾ ਜਵਾਬ ਨਹੀਂ ਦੇ ਸਕੇ, ਦਲੀਲਾਂ ਦਾ ਖੰਡਨ ਨਹੀਂ ਕਰ ਸਕੇ। ਬਸ ਉਹਨਾਂ ਨੂੰ ਇੱਕੋ ਹੀ ਗੱਲ ਸੁਝੀ, ਮਰ ਜਾਓ, ਮਾਰ ਦਿਓ। ਇਸ ਕਰਕੇ ਸੰਤ ਰਾਮਾਨੰਦ ਮਹਾਰਾਜ ਕ੍ਰਾਂਤੀਕਾਰੀ ਯੋਧੇ ਤੇ ਕ੍ਰਾਂਤੀਕਾਰੀ ਸੋਚ ਕਾਰਨ ਉਹਨਾਂ ਦੇ ਉੱਤੇ ਜਿਹੜੀ ਇਹ ਗੋਲੀ ਚਲਾਈ ਗਈ, ਔਰ ਉਹਨਾਂ ਨੇ ਹੱਸਦੇ ਹੱਸਦੇ ਸਾਡੀ ਕੌਮ ਦੀ ਖਾਤਰ, ਆਪਣੀ ਕੌਮ ਨੂੰ ਏਕਤਾ ਦੇਣ ਦੇ ਲਈ
ਆਪਣਾ ਜੀਵਨ ਜਿਹੜਾ ਸਾਡੇ ਲਈ ਨਿਸ਼ਾਵਰ ਕਰ ਦਿੱਤਾ। ਇਹ ਹੁਣ ਸਾਡਾ ਫਰਜ਼ ਬਣਦਾ ਹੈ, ਮਾਨਵਤਾ ਦਾ ਫਰਜ਼ ਬਣਦਾ ਹੈ, ਇਹ ਰਵਿਦਾਸੀਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਬਾਪ ਦੇ ਲਈ, ਅਸੀਂ ਆਪਣੇ ਬਾਪ ਦੀ ਅਣਖ ਤੇ ਇੱਜ਼ਤ ਦੀ ਖਾਤਰ ਜਾਨ ਵਾਰਨ ਵਾਲੇ ਇਹਨਾਂ ਮਹਾਨ ਮਹਾਪੁਰਸ਼ਾਂ ਨੂੰ ਕਦੇ ਵੀ ਵਿਸਾਰੀਏ ਨਾ, ਕਦੇ ਵੀ ਭੁੱਲੀਏ ਨਾ, ਔਰ ਹਮੇਸ਼ਾ ਆਪਣੀ ਸੋਚ ਨੂੰ ਸੰਤ ਰਾਮਾਨੰਦ ਮਹਾਰਾਜ ਦੀ ਸੋਚ ਦੇ ਨਾਲ ਕਦਮ ਨਾਲ ਕਦਮ ਜੋੜ ਕੇ, ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦੇ ਨਾਲ ਚੱਲੀਏ, ਉਹਨਾਂ ਦੀਆਂ ਪਾਈਆਂ ਲੀਹਾਂ ਦੇ ਉੱਤੇ ਆਪਣਾ ਜੀਵਨ ਬਤੀਤ ਕਰਕੇ ਆਪ ਸੁਖੀ ਹੋਈਏ ਤੇ ਆਪਣੇ ਸਮਾਜ ਨੂੰ ਸੁਖੀ ਕਰਨ ਦਾ ਯਤਨ ਕਰੀਏ। ਪ੍ਰਿੰਸੀਪਲ ਜੀ, ਮੈਨੂੰ ਕਿ ਇਹ ਵੀ ਗੱਲ ਦੱਸਿਓ, ਜਿਹੜੇ 2 ਸਵਰਨ ਪਾਲਕੀਆਂ ਡੇਰਾ ਸੱਚਖੰਡ ਵੱਲੋਂ ਸ਼ੋਭਾ ਯਾਤਰਾ ਲਿਆਂਦੀ ਗਈ ਆ ਤੇ ਇੱਕ ਸੰਤ ਰਾਮਾਨੰਦ ਮਹਾਰਾਜ ਨੇ ਹੁੱਕਾ ਲਾਈ, ਚਲੋ ਬਨਾਰਸ ਸਾਧ ਸੰਗਤ ਇੱਕ ਇਤਿਹਾਸ ਰਚਾਉਣਾ ਆ, ਗੁਰੂ ਰਵਿਦਾਸ ਮੰਦਰ ਨੂੰ ਸੋਨੇ ਵਿੱਚ ਬਣਾਉਣਾ ਆ, ਇਹ ਕਾਰਨ ਹੋ ਸਕਦਾ ਸੰਤਾਂ ਦੇ ਗੋਲੀ ਚੱਲਣ ਦਾ, ਸੰਤਾਂ ਦੀ ਹੱਤਿਆ ਵਿੱਚ? ਮਨਜੀਤ ਜੀ, ਇਹ ਬਹੁਤ ਵਧੀਆ ਇੱਕ ਪ੍ਰਸ਼ਨ ਹੈ ਤੁਹਾਡਾ। ਕਿਉਂ ਨਹੀਂ ਹੋ ਸਕਦਾ? ਅੱਜ ਅਗਰ ਡੇਰਾ ਸੱਚਖੰਡ ਬੱਲਾਂ ਦੀ ਰੂਹਾਨੀਅਤ ਦੇ ਕਾਰਨ ਸੰਤ ਸਰਵਣਦਾਸ ਮਹਾਰਾਜ ਦੇ, ਹਰੀਦਾਸ ਮਹਾਰਾਜ ਦੇ, ਗੁਰੂ ਪਿਤਾ ਗਰੀਬਦਾਸ ਮਹਾਰਾਜ ਦੇ, ਸੰਤ ਨਿਰੰਜਨ ਦਾਸ ਮਹਾਰਾਜ ਦੇ ਯੋਗਦਾਨ ਕਰਕੇ, ਸੰਤ ਰਾਮਾਨੰਦ ਜੀ ਦੇ ਯੋਗਦਾਨ ਕਰਕੇ ਬਨਾਰਸ ਸੋਨੇ ਦੀਆਂ ਪਾਲਕੀਆਂ ਭੇਜ ਸਕਦੇ ਆ। ਉਹ ਪਾਲਕੀ ਇੰਗਲੈਂਡ ਦੀ ਸੰਗਤ ਨੇ ਭੇਜੀ ਹੋਵੇ, ਕੈਨੇਡਾ ਦੀ ਸੰਗਤ ਨੇ ਭੇਜੀ ਹੋਵੇ, ਅਮਰੀਕਾ ਦੀ ਸੰਗਤ ਨੇ ਭੇਜੀ ਹੋਵੇ, ਜਰਮਨ ਦੀ ਸੰਗਤ ਨੇ ਭੇਜੀ ਹੋਵੇ, ਜਾਂ ਕਿਸੇ ਹੋਰ ਸੰਗਤ ਨੇ ਭੇਜੀ ਹੋਵੇ, ਉਹ ਭੇਜੀ ਤਾਂ ਚਮਾਰਾਂ ਨੇ ਆ ਨਾ। ਹਾਂਜੀ ਹਾਂਜੀ। ਜਿਹੜੀ ਪਾਲਕੀ ਭੇਜੀ ਆ ਉਹ ਭੇਜੀ ਤਾਂ ਰਵਿਦਾਸੀਆਂ ਨੇ ਆ ਨਾ। ਹਾਂਜੀ। ਅਗਰ ਰਵਿਦਾਸੀਆਂ ਦੀ ਸੋਚ ਸੋਨੇ ਦੀਆਂ ਪਾਲਕੀਆਂ ਸਜਾਉਣ ਤੱਕ ਆ ਗਈ, ਹਾਂਜੀ, ਔਰ ਰਵਿਦਾਸੀਏ ਸੰਤਾਂ ਦੀ ਸੋਚ ਕੇਵਲ ਰੋਟੀ ਤੱਕ ਸੀਮਤ ਨਾ ਰਹਿ ਕੇ, ਹਾਂਜੀ, ਕੇਵਲ ਡੇਰੇ ਤੱਕ ਸੀਮਤ ਨਾ ਰਹਿ ਕੇ, ਹਾਂਜੀ, ਇਸ ਗੱਲ ਤੇ ਹੀ ਪਹੁੰਚ ਗਈ, ਚਲੋ ਬਨਾਰਸ ਸਾਧ ਸੰਗਤ ਜੀ ਦੀ ਇੱਕ ਇਤਿਹਾਸ ਰਚਾਉਣਾ ਆ, ਇੱਕ ਇਤਿਹਾਸ ਰਚਾਉਣਾ ਹੈ। ਰਵਿਦਾਸ ਗੁਰੂ ਦੇ ਮੰਦਿਰ ਨੂੰ ਸੋਨੇ ਵਿੱਚ ਬਣਾਉਣਾ ਆ। ਇਹ ਤਾਂ ਵਿਰੋਧੀਆਂ ਦੀ ਹਿੱਕ ਪਾਟ ਗਈ ਹੋਣੀ ਆ। ਵਿਰੋਧੀਆਂ ਦੇ ਜਿੱਦਾਂ ਕਹਿੰਦੇ ਆ ਹਿੱਕ ਪਾਟ ਕੇ ਗੋਲੀ ਦੀ ਤਰ੍ਹਾਂ ਲੰਘ ਗਈ ਹੋਣੀ ਆ। ਓਏ, ਇੱਕ ਪੰਜਾਬੀ ਦੀ ਕਹਾਵਤ ਆ, ਜਿਹਨੂੰ ਆਖੇ ਮੈਂ ਚਿੱਤ ਨਾ ਪਾਵਾਂ ਉਹਦੀ ਅੰਤਾਧਾਰ। ਓਏ, ਜਿਹਦੇ ਨੂੰ ਮੈਂ ਮੂੰਹ ਨਹੀਂ ਦੇਖਣਾ ਚਾਹੁੰਦਾ ਸੀ, ਅੱਜ ਮੈਂ ਉਹਦੇ ਦਰ ਤੇ ਜਾ ਕੇ ਸਿਰ ਝੁਕਾਵਾਂ। ਉਹਨਾਂ ਨੂੰ ਇਹ ਗੱਲ ਵੀ ਲੜਕਦੀ ਹੋਣੀ ਆ ਵੀ ਜਦੋਂ ਇਹਨਾਂ ਨੇ 2004 ਦੇ ਵਿੱਚ 2004 ਦੇ ਵਿੱਚ 400 ਸਾਲਾ ਜਨਮ ਦਿਨ ਮਨਾਇਆ ਸੀ ਜਾਂ ਪ੍ਰਕਾਸ਼ ਦਿਵਸ ਮਨਾਇਆ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਤੇ ਉਦੋਂ ਰਾਮਾਨੰਦ ਸੰਤ ਤੇ ਸੰਤ ਸਿੰਦਰਦਾਸ ਜੀ ਅੜ ਗਏ ਸੀ ਵੀ ਜੇ ਤੁਸੀਂ ਸ੍ਰੀ ਗੁਰੂ ਰਵਿਦਾਸ ਮੰਦਿਰ ਨਹੀਂ ਆਉਣਾ, ਅਸੀਂ ਇਹਦੇ ਵਿੱਚ ਸ਼ਮੂਲੀਅਤ ਨਹੀਂ ਕਰਦੀ। ਮੈਂ ਤਾਂ ਕਹਿੰਦਾ ਇਹ ਇੱਕ ਕਾਰਨ ਹੈ, ਪੂਰਾ ਕਾਰਨ ਆ ਵੀ ਇਹਨਾਂ ਦੀ ਚਮਾਰਾਂ ਦੀ ਇੰਨੀ ਜ਼ੋਰਤ ਪੈ ਗਈ, ਇਹਨਾਂ ਦੀ ਇੰਨੀ ਆਕੜ, ਇਹਨਾਂ ਦੇ ਅੰਦਰ ਇੱਕ ਇੰਨਾ ਆਤਮ ਸਨਮਾਨ ਬਣ ਗਿਆ ਕਿ ਸਾਨੂੰ ਲਲਕਾਰਦੇ ਆ। ਉਹਨੇ ਸੋਚਿਆ ਵੀ ਕੱਲ ਨੂੰ ਅਗਰ ਇਹ ਸਾਡੇ ਨਾਲੋਂ ਨਾ ਇਹਨਾਂ ਨੂੰ ਤੋੜਿਆ ਗਿਆ, ਆਪਣੇ ਨਾਲੋਂ ਇਹਨਾਂ ਨੂੰ ਵੱਖਰਾ ਨਾ ਕੀਤਾ ਗਿਆ, ਇਹ ਸਾਡੇ ਵਿੱਚ ਰਾਜ ਭਾਗ ਦਾ, ਸਾਡੇ ਵਿੱਚ ਸ਼ਾਸਨ ਦਾ, ਪ੍ਰਸ਼ਾਸਨ ਦਾ ਆਪਣਾ ਹਿੱਸਾ ਮੰਗਣਗੇ। ਇਹ ਬਿਲਕੁਲ ਇੱਕ ਕਾਰਨ ਆ। ਸੋਨੇ ਦਾ ਕਲਸ਼ ਚੜਾਉਣਾ, ਸੋਨੇ ਦੀਆਂ ਪਾਲਕੀਆਂ ਸਜਾਉਣਾ, ਸ੍ਰੀ ਗੁਰੂ ਰਵਿਦਾਸ ਜਨਮ ਸਥਾਨ ਮੰਦਿਰ ਦੇ 31 ਸੋਨੇ ਦੇ ਕਲਸ਼ ਚੜਾਉਣੇ, ਡੇਰੇ ਵਿੱਚ ਕਲਸ਼ ਚੜਾਉਣੇ, ਬਾਕੀ ਦੇ ਸੋਨੇ ਦੇ ਕਲਸ਼ ਚੜਾਉਣੇ। ਜਦੋਂ ਨਿਰੰਜਨ ਦਾਸ ਮਹਾਰਾਜ ਦੀ ਸੇਵਾ ਦੌਰਾਨ ਇਹ ਸਾਰੇ ਪਾਸੇ ਸੋਨੇ ਦੇ ਕਲਸ਼ ਹੋ ਗਏ। ਇਹ ਬਿਲਕੁਲ ਇੱਕ ਕਾਰਨ ਆ ਕਿ ਉਹਨਾਂ ਨੂੰ ਬਹੁਤ ਤਕਲੀਫ ਹੋਈ ਹੋਣੀ ਆ, ਉਹਨਾਂ ਨੂੰ ਬੜਾ ਅੰਦਰੋਂ ਪੀੜਾ ਹੋਈ ਹੋਣੀ ਆ। ਮੈਨੂੰ ਲੱਗਦਾ ਉਹਨਾਂ ਨੂੰ ਕਿਸੇ ਹੋਰ ਬਿਮਾਰੀ ਨਾਲ ਵੀ ਉਨੀ ਪੀੜਾ ਨਹੀਂ ਹੋਈ ਜਿੰਨੀ ਉਹਨਾਂ ਨੂੰ ਡੇਰਾ ਸੱਚਖੰਡ ਬੱਲਾ ਦੇ ਇਹਨਾਂ ਮਹਾਨ ਮਹਾਪੁਰਸ਼ਾਂ ਦੀਆਂ ਇੰਨੀਆਂ ਅਸਾਰੂ ਗਤੀਵਿਧੀਆਂ ਦੇ ਨਾਲ ਹੋਈ ਆ, ਇੰਨੀਆਂ ਵਧੀਆ ਮਾਰਗ ਦਰਸ਼ਨ ਕਰਨ ਵਾਲੀਆਂ ਗਤੀਵਿਧੀਆਂ ਦਾ ਉਹਨਾਂ ਨੇ ਆਗਾਜ਼ ਕੀਤਾ। ਸੋ ਉਹ ਬਿਲਕੁਲ ਇਹ ਗੱਲ ਸਹੀ ਆ ਕਿ ਉਹਨਾਂ ਨੂੰ ਬਹੁਤ ਵੱਡੀ ਤਕਲੀਫ ਹੋਈ,
ਮਹਾਰਾਜ ਸੰਤ ਰਾਮਾਨੰਦ ਜੀ ਮਹਾਰਾਜ ਅਤੇ ਸੰਤ ਨਿਰੰਜਨ ਦਾਸ ਮਹਾਰਾਜ ਜੀ ਤੇ ਗੋਲੀ ਚੱਲਣ ਦਾ ਇਹ ਵੀ ਇੱਕ ਕਾਰਨ ਹੈ। ਪ੍ਰਿੰਸੀਪਲ ਜੀ, ਆਪਣੇ ਮੈਂ ਤੁਹਾਡੇ ਤੋਂ ਇੱਕ ਹੋਰ ਸਵਾਲ ਪੁੱਛਣਾ ਹੈ। ਅਮਰ ਸ਼ਹੀਦ ਸੰਤ ਰਾਮਾਨੰਦ ਜੀ ਦੇ ਸ਼ਹੀਦੀ ਹੋ ਜਾਣ ਤੋਂ ਬਾਅਦ ਇਹ ਆਪਣੇ ਰਵਿਦਾਸੀਆ ਸਮਾਜ ਤੇ ਇਸ ਦਾ ਕੀ ਅਸਰ ਪਿਆ? ਮਨਜੀਤ ਜੀ, ਮੈਂ ਤੇ ਇੱਕੋ ਹੀ ਗੱਲ ਕਹਿਣੀ ਚਾਹੁੰਦਾ, ਅਮਰ ਸ਼ਹੀਦ ਸੰਤ ਰਾਮਾਨੰਦ ਜੀ ਮਹਾਰਾਜ ਦੇ ਜਾਣ ਤੋਂ ਬਾਅਦ ਕੌਮ ਦੇ ਉੱਤੇ ਇੱਕ ਐਸਾ ਪ੍ਰਭਾਵ ਪਿਆ, ਜਿਹੜੇ ਲੋਕ ਮਨੋਵਿਗਿਆਨਕ ਤੌਰ ਤੇ ਮਤਲਬ ਚੁੱਪ ਰਹਿੰਦੇ ਸੀ, ਜਾਂ ਜਿਹੜੇ ਲੋਕ ਮਾਨਸਿਕ ਦਬਾਅ ਦੇ ਵਿੱਚ ਰਹਿੰਦੇ ਸੀ, ਉਹ ਖੁੱਲ ਕੇ ਸਾਹਮਣੇ ਆਏ। ਉਹਦਾ ਕਾਰਨ ਲੋਕਾਂ ਨੂੰ ਪ੍ਰਤੱਖ ਹੋ ਗਿਆ, ਅਗਰ ਤੁਸੀਂ ਅੰਮ੍ਰਿਤ ਛਕਦੇ ਆ ਰਹਿਣਾ, ਤੁਸੀਂ ਰਵਿਦਾਸੀਏ ਸਿੱਖ ਹੀ ਆ। ਅਗਰ ਤੁਸੀਂ ਹਿੰਦੂ ਮੰਦਿਰਾਂ 'ਚ ਜਾਂਦੇ ਆ, ਚੋਣਵੇਂ ਮੰਦਿਰਾਂ 'ਚੋਂ ਤੁਹਾਨੂੰ ਜਾਣ ਤੋਂ ਮਨਾਹੀ ਆ। ਭਾਰਤ ਦੇ 70 ਸਾਲ ਆਜ਼ਾਦ ਹੋ ਜਾਣ ਦੇ ਬਾਵਜੂਦ, ਭਾਰਤ ਦਾ ਇੰਨਾ ਵਧੀਆ ਸੰਵਿਧਾਨ ਲਾਗੂ ਹੋ ਜਾਣ ਦੇ ਬਾਵਜੂਦ, ਅਗਰ ਤੁਸੀਂ ਆਪਣਾ ਵਜੂਦ ਖਤਮ ਕਰਕੇ ਕਿਸੇ ਦੇ ਵਿੱਚ ਜਾਣਾ ਚਾਹੁੰਦੇ ਆ ਤੇ ਜਾ ਸਕਦੇ ਆ। ਜੇ ਤੁਸੀਂ ਇੰਡੀਪੈਂਡੈਂਟ ਆਪਣਾ ਕੋਈ ਸ਼ਖਸੀਅਤ ਕਾਇਮ ਕਰਨੀ ਚਾਹੁੰਦੇ ਆ, ਉਹ ਨਹੀਂ ਹੋ ਸਕਦੀ। ਜਾਂ ਜਿਹੜੀ ਮੈਂ ਪੁਰਾਣੀ ਇੰਟਰਵਿਊ 'ਚ ਕਹਿਣਾ ਵੀ ਜੇ ਫਿਰ ਤੁਸੀਂ ਰਹਿਣਾ ਹੀ ਚਮਾਰਿਆ, ਫਿਰ ਸਾਨੂੰ ਗਰਵ ਨਾਲ ਕਹਿਣਾ ਚਾਹੀਦਾ ਅਸੀਂ ਚਮਾਰਿਆ, ਅਸੀਂ ਰਵਿਦਾਸੀਏ ਹੁੰਦੇ ਆ। ਇਹ ਸੰਤ ਰਾਮਾਨੰਦ ਮਹਾਰਾਜ ਨੇ ਸਾਡੇ ਦਿਲਾਂ ਚੋਂ ਖੌਫ, ਸਾਡੇ ਦਿਲਾਂ ਚੋਂ ਡਰ, ਸਾਡੀ ਮਾਨਸਿਕਤਾ ਨੂੰ ਸੁਧਾਰ ਦਿੱਤਾ। ਉਹਨਾਂ ਨੇ ਸਾਨੂੰ ਇੱਕ ਗੱਲ ਸਮਝਾ ਦਿੱਤੀ, ਜੇ ਕੁਝ ਬਣਨਾ ਆ ਤੇ ਆਪਣੀ ਕਮਜ਼ੋਰੀ ਨੂੰ ਆਪਣਾ ਬਲ ਬਣਾਓ। ਇਹ ਗੱਲ ਕਹਿਣ ਤੋਂ ਝਿਜਕਣ ਦੀ ਬਜਾਏ ਗਰਵ ਨਾਲ ਕਹੋ ਅਸੀਂ ਰਵਿਦਾਸੀਏ ਆ, ਅਸੀਂ ਚਮਾਰ ਆ। ਅੱਜ ਮੈਂ ਦੇਖਦਾ ਆ ਯੂਪੀ 'ਚ ਵੀ ਕਈ ਵਾਰ ਮਿਲਿਆ ਮੌਕਾ ਜਾਣ ਦਾ, ਬਿਹਾਰ 'ਚ ਵੀ ਮਿਲਿਆ, ਹਰਿਆਣੇ ਦੇ ਵਿੱਚ ਵੀ ਮਿਲਿਆ, ਹੋਰ ਥਾਵਾਂ ਤੇ ਵੀ ਮਿਲਿਆ। ਜਿਹੜੀ ਗੱਲ ਅਮਰ ਸ਼ਹੀਦ ਸੰਤ ਰਾਮਾਨੰਦ ਦੀ ਕੁਰਬਾਨੀ ਨੇ, ਜਿਹੜਾ ਜਜ਼ਬਾ ਉਹਨਾਂ ਨੇ ਆਮ ਲੋਕਾਂ ਦੇ ਵਿੱਚ ਭਰਿਆ, ਉਹ ਜਜ਼ਬਾ ਪਹਿਲਾਂ ਨਹੀਂ ਸੀ। ਉਹ ਜਜ਼ਬਾ ਜਿਹੜਾ ਪਹਿਲਾਂ ਨਹੀਂ ਸੀਗਾ। ਇਸ ਕਰਕੇ ਇਹਨਾਂ ਨੇ ਕੌਮ ਨੂੰ ਸਵੈ ਮਾਣ ਦਿੱਤਾ, ਕੌਮ ਨੂੰ ਅਣਖ ਨੂੰ ਜਗਾਇਆ। ਇਹ ਅਣਖ ਨੂੰ ਜਗਾਉਣਾ ਉਹਨਾਂ ਦੀ ਕੁਰਬਾਨੀ ਦਾ ਮੁੱਲ ਹੈ। ਇੱਥੋਂ ਪਤਾ ਲੱਗਦਾ ਕਿ ਅੱਜ ਸੰਗਤ ਉਹਨਾਂ ਦੀ ਕੁਰਬਾਨੀ ਨੂੰ ਨਤਮਸਤਕ ਆ। ਅੱਜ ਲੋਕ ਉਹਨਾਂ ਦੀ ਕੁਰਬਾਨੀ ਨੂੰ ਝੁਕ ਕੇ ਸਲਾਮ ਕਰਦੇ ਆ ਕਿ ਵਾਕਿਆ ਹੀ ਸੰਤਾਂ ਦਾ ਰੋਲ ਕੀਤਾ, ਸੰਤਾਂ ਨੇ ਨਿਡਰਤਾ ਦਾ ਮੁਖਰ ਹੋ ਕੇ ਸਾਹਮਣਾ ਕੀਤਾ ਔਰ ਸਾਨੂੰ ਉਹ ਮਾਰਗ ਦੱਸਿਆ ਵੀ ਜੇ ਜ਼ਿੰਦਗੀ ਜੀਣੀ ਆ ਤਾਂ ਖੁੱਲ੍ਹ ਕੇ ਸਾਹਮਣੇ ਆ ਕੇ ਜ਼ਿੰਦਗੀ ਜੀ ਸਕਦੀ ਆ। ਆਪਣੇ ਤੇ ਮਾਣ ਕਰੋ, ਆਪਣੇ ਕਰਮਾਂ ਤੇ ਮਾਣ ਕਰੋ, ਆਪਣੇ ਕੰਮ ਤੇ ਮਾਣ ਕਰੋ, ਆਪਣੇ ਗੁਰੂ ਦੇ ਨਾਲ ਰਹਿ ਕੇ ਮਾਣ ਕਰੋ। ਆਪਣੇ ਗੁਰੂ ਦੀ ਬਾਣੀ ਨੂੰ ਸੁਣ ਕੇ ਜੇ ਲੋਕਾਂ ਦਾ ਭਲਾ ਕਰ ਸਕਦੇ ਆ ਤੇ ਆਪਣਾ ਕਿਉਂ ਨਹੀਂ ਭਲਾ ਹੋਊਗਾ। ਸੋ ਆਪਾਂ ਵਾਸਤੇ ਇੱਕ ਬਹੁਤ ਵੱਡੀ ਸਿੱਖਿਆ ਆ ਕਿ ਸੰਤ ਰਾਮਾਨੰਦ ਜੀ ਨੇ ਸਾਡੀ ਕੌਮ ਦੇ ਵਿੱਚ ਇੱਕ ਅਣਖ, ਗੈਰਤ ਪੈਦਾ ਕੀਤੀ ਆ। ਇਹ ਸੱਚੀ ਗੱਲ ਹੈ। ਜਿਵੇਂ ਕਿ ਤੁਸੀਂ ਸਾਰੀ ਸੰਗਤ ਅਮਰ ਸ਼ਹੀਦ ਸੰਤ ਰਾਮਾਨੰਦ ਮਹਾਰਾਜ ਦੇ ਜੀਵਨ ਪ੍ਰਤੀ, ਜੋ ਉਹਨਾਂ ਦੀਆਂ ਸਮਾਜ ਪ੍ਰਤੀ ਪਾਏ ਕਾਰਜਾਂ ਪ੍ਰਤੀ ਪ੍ਰਿੰਸੀਪਲ ਸਤਵੰਤ ਜੱਸੀ ਗੋਲਡ ਮੈਡਲਿਸਟ ਡੇਰਾ ਸੱਚਖੰਡ ਬੱਲਾ ਤੋਂ ਉਹਨਾਂ ਵਿਸ਼ੇਸ਼ ਗੱਲਬਾਤ ਕਰ ਰਹੇ ਸੀਗੇ, ਤਾਂ ਉਹਨੀ ਅਹਿਮ ਜਾਣਕਾਰੀਆਂ ਦਿੱਤੀਆਂ, ਬਹੁਤ ਹੀ ਮਹੱਤਵਪੂਰਨ ਜਾਣਕਾਰੀਆਂ ਦਿੱਤੀਆਂ ਜੋ ਸੰਗਤਾਂ ਨੂੰ ਨਹੀਂ ਪਤਾ ਸੀਗਾ। ਤੇ ਜੋ ਉਹਨੀ ਸੇਵਾਵਾਂ ਨਿਭਾਈਆਂ ਡੇਰੇ ਪ੍ਰਤੀ, ਸਮਾਜ ਪ੍ਰਤੀ, ਤੇ ਬਹੁਤ ਹੀ ਅਤੁੱਲ ਸੇਵਾਵਾਂ ਨੇ ਉਹਨਾਂ ਦੀਆਂ। ਤੇ ਸੰਤ ਰਾਮਾਨੰਦ ਮਹਾਰਾਜ ਦਾ ਘਾਟਾ ਤਾਂ ਕਦੇ ਵੀ ਪੂਰਾ ਨਹੀਂ ਹੋ ਸਕਦਾ। ਤੇ ਸਾਨੂੰ ਵੀ ਇਹ ਸੰਕਲਪ ਕਰਨਾ ਚਾਹੀਦਾ ਸਾਰੀ ਸੰਗਤ ਨੂੰ, ਰਵਿਦਾਸੀਆ ਸਮਾਜ ਨੂੰ, ਵੀ ਆਪਾਂ ਉਹਨਾਂ ਦੇ ਚਲਾਏ ਪੂਰਨਿਆਂ ਤੇ ਚੱਲੀਏ ਤੇ ਆਪਣੇ ਸਮਾਜ ਨੂੰ ਇਕਜੁੱਟ ਕਰੀਏ, ਨਾ ਕਿ ਛੋਟੇ ਛੋਟੇ ਗਰੁੱਪਾਂ ਵਿੱਚ ਵੰਡੀਏ ਤੇ ਏਕਤਾ ਆਪਣੀ ਕਾਇਮ ਕਰੀਏ। ਜੋ ਅਸੀਂ ਬਿਆਨਾ ਕਾਂਡ ਵੇਲੇ ਏਕਤਾ ਦਿਖਾਈ ਸੀ ਸਮਾਜ ਵਿੱਚ, ਵੀ ਕਿੱਦਾਂ ਅਸੀਂ ਰੋਡ ਜਾਮ ਕਰ ਦਿੱਤੇ ਸੀਗੇ, ਸਰਕਾਰ ਨੂੰ ਸਾਡੇ ਅੱਗੇ ਝੁਕਣਾ ਪਿਆ ਸੀਗਾ, ਇਸੇ ਤਰ੍ਹਾਂ ਹੀ ਸਾਨੂੰ ਏਕੇ ਦਾ ਸਬੂਤ ਦੇਣਾ ਚਾਹੀਦਾ
ਤੇ ਸੰਤ ਰਾਮਾਨੰਦ ਮਹਾਰਾਜ ਤਾਂ ਹੀ ਅਸਲੀ ਸ਼ਰਧਾਂਜਲੀ ਹੋਊਗੀ ਜਦੋਂ ਅਸੀਂ ਇੱਕ ਹੋਵਾਂਗੇ, ਸਾਡੀ ਗੱਲਬਾਤ ਇੱਕ ਹੋਊਗੀ। ਤੇ ਸਾਡੇ ਜਿੰਨੇ ਵੀ ਭਾਈਚਾਰੇ, ਜਦੋਂ ਸਾਡੇ ਸਮਾਜ ਤੇ ਕੋਈ ਭੀੜ ਪੈਂਦੀ ਆ, ਸਾਡੇ ਸਮਾਜ ਤੇ ਕੋਈ ਦੁੱਖ ਚਿੰਤਾ ਆਉਂਦੀ ਜਾਂ ਕੋਈ ਵਿਰੋਧੀ ਅਨਸਰ ਸਾਡੇ ਮਹਾਂਪੁਰਸ਼ਾਂ ਪ੍ਰਤੀ ਟਿੱਪਣੀ ਕਰਦਾ ਆ, ਕੋਈ ਗੱਲਬਾਤ ਕਰਦਾ ਆ, ਸਾਨੂੰ ਇਕੱਲੇ ਇਕੱਲੇ ਨਾ ਹੋ ਕੇ ਸਾਨੂੰ ਇੱਕ ਪਲੇਟਫਾਰਮ ਤੇ ਤੁਰਨ, ਜੇ ਜਿੰਨੀਆਂ ਮਰਜ਼ੀ ਜਥੇਬੰਦੀਆਂ ਹੋਣ, ਸਾਡੀ ਗੱਲ ਇੱਕ ਹੋਣੀ ਚਾਹੀਦੀ ਆ, ਸਾਡਾ ਵਿਚਾਰ ਇੱਕ ਹੋਣਾ ਚਾਹੀਦਾ ਆ। ਤੇ ਸਾਨੂੰ ਸੰਤ ਅਮਰ ਸ਼ਹੀਦ ਸੰਤ ਰਾਮਾਨੰਦ ਮਹਾਰਾਜ ਦੀ ਸੋਚ ਤੇ ਪਹਿਰਾ ਦੇਣਾ ਪਊਗਾ ਤੇ ਅਸੀਂ ਇਕੱਠੇ ਹੋ ਕੇ ਗੁਰੂ ਦਾਸ ਮਹਾਰਾਜ ਦੀ ਸੋਚ ਤੇ, ਉਹਨਾਂ ਦੇ ਮਿਸ਼ਨ ਤੇ ਪਹਿਰਾ ਦਈਏ। ਤੇ ਇਹੀ ਸਾਡੀ ਸੱਚੀ ਸ਼ਰਧਾਂਜਲੀ ਹੋਊਗੀ ਸੰਤ ਰਾਮਾਨੰਦ ਮਹਾਰਾਜ ਜੀ ਨੂੰ। ਇਸ ਦੇ ਨਾਲ ਹੀ ਆਪਾਂ ਏਕੇ ਦਾ ਸਬੂਤ ਦਈਏ ਸਾਰੀ ਸੰਗਤ, ਤੇ ਆਉਣ ਵਾਲੀ ਜਨਗਣਨਾ ਵਿੱਚ ਆਪਾਂ ਸਾਰੇ ਆਪਾਂ ਰਵਿਦਾਸੀਆ ਧਰਮ ਲਿਖਾਈਏ, ਜਾਂ ਕਿ ਅਸੀਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਸਕੀਏ। ਔਰ ਜੀ ਹੁਣ ਜਾਂਦੇ ਜਾਂਦੇ ਅਸੀਂ ਪ੍ਰਿੰਸੀਪਲ ਸਾਹਿਬ ਜੀ ਦਾ ਧੰਨਵਾਦ ਕਰਦੇ ਹਾਂ। ਪ੍ਰਿੰਸੀਪਲ ਸਾਹਿਬ ਜੀ, ਤੁਹਾਡਾ ਰਵਿਦਾਸੀਆ ਟੀਵੀ ਆਉਣ ਤੇ ਬਹੁਤ ਬਹੁਤ ਧੰਨਵਾਦ। ਤੁਸੀਂ ਜੋ ਅਹਿਮ ਜਾਣਕਾਰੀ ਦਿੱਤੀ। ਜੈ ਗੁਰਦੇਵ, ਧੰਨ ਗੁਰਦੇਵ ਜੀ।